ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਿੱਖ ਸੰਗਤ ਚੌ ਦਿਸ਼ਨ ਵਿਸਾਲੀ। ਨਿਤ ਪ੍ਰਤ ਆਈ ਸੁਦਾ ਸਰ ਚਾਲੀ। ਜਿਉ ਜਿਉ ਦੇਸ਼ਨ ਮੈਂ ਸੁਧ ਜਾਵੇਂ। ਸਹਿਤ ਮਸੰਦਨ ਸੰਗਤ ਆਵੇਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ जुड़ बैठी गुरु की साजी और निवाजी हुई गुरु का खास रूप गुरु खालसा साध संगत। वडभागी साध संग प्राप्त तिन भेटत दुरमत खोई। पूर्वले जन्मां दे कीते चंगे कर्म जागे हन कि गुरु की संगत करन दा सुभाग समा प्राप्त होया। रोम रोम करके सतगुरु श्री गुरु ग्रंथ साहब जी का शुक्र है। गरीब नवाज पंचम पातशाह श्री गुरु अर्जन देव साहब जी की पावन इतिहास की कथा आप जी ने सरवण की है। छेवें पातशाह मीरी पीरी दे मालक सतगुरु श्री गुरु हरगोबिंद साहब जी की पावन कथा प्रारंभ हो रही है। श्री अकाल तख्त साहब की रचना हाले होनी है। उस तो पहला जदों गुरुदेव की शहीदी का प्रसंग सुनिया भी रस विच आके गुरुदेव छेवें पातशाह ने बचन कीते कि अपने पिता की शहीदी का बदला जदों तक पापी चंदू कोलों नहीं लै लैंदे उदों तक आराम नाल नहीं बैठांगे। प्रण कीता कि सानू दुनिया दे जिन्ने पाप ने वो लगन जे असीं अपने पिता दे वैरी दे नाल यानी कि चंदू नू पकड़ के नकेल नहीं पाउंदे इहदा मूँह काला करके इहनूं लाहौर दीआं गलियां च नहीं फेरदे। ये कथा आपां कल दे प्रसंग च सरवण कीती। पंजवें पातशाह जी की शहीदी की खबर सुन के मऊ साहब तो जिथे गुरु हरगोबिंद साहब जी के नानके हैं गोइंदवाल साहब जिथे गुरु अमरदास साहब जी की अंश है खडूर साहब जिथे धन गुरु अंगद देव साहब जी के साहिबजादे ने डल्ले पिंड तो जिथे छेवें पातशाह जी महाराज जी का सहुरा परिवार है बाबा नारायण दास जी होनी उधर बेदियां दे परिवार च डेरा बाबा नानक विखे खबर हुई। जिथे जिथे भी खबर हुई संगतां चल के श्री अमृतसर साहब पुज रही। वैराग है इस्त्रियां रुदन करदियां ते माता गंगा जी तिन्हां नूं तरवास देंदे ने।
ਕਿ ਪੰਜਵੇਂ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਸਾਡੇ ਪਿੱਛੋਂ ਕਿਸੇ ਨੇ ਵਿਰਾਗ ਜਾਂ ਰੁਦਨ ਨਹੀਂ ਕਰਨਾ। ਨਾਲੇ ਉਹ ਤਾਂ ਅੱਜ ਵੀ ਹਾਜ਼ਰ ਨੇ, ਜਿੱਥੇ ਕੋਈ ਉਹਨਾਂ ਨੂੰ ਯਾਦ ਕਰੇ ਉੱਥੇ ਹੀ ਹਾਜ਼ਰ ਹੋ ਜਾਂਦੇ, ਸਹਾਇਤਾ ਕਰਦੇ ਨੇ। ਇਹ ਬਚਨ ਵਿਲਾਸ ਹੋ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਬੰਦੀ ਛੋੜ ਸਤਿਗੁਰੂ, ਮੇਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਿੱਖ ਸੰਗਤ ਚੌਂ ਦਿਸ਼ਨ ਵਿਸਾਲੀ। ਚਾਰਾਂ ਦਿਸ਼ਾਵਾਂ ਤੋਂ ਗੁਰੂ ਘਰ ਦੀਆਂ ਸੰਗਤਾਂ ਮਹਾਰਾਜ ਜੀ ਦੇ ਸਿੱਖ ਬਹੁਤ ਭਾਰੀ ਗਿਣਤੀ ਵਿੱਚ ਨਿਤ ਪ੍ਰਤ ਆਏ ਸੁਦਾ ਸਰ ਚਾਲੀ। ਨਿਤਾ ਪ੍ਰਤੀ ਚੱਲ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆ ਰਹੇ ਹਨ। ਜਿਉਂ ਜਿਉਂ ਦੇਸ਼ਨ ਮੈਂ ਸੁਧ ਜਾਵੇ। ਜਿਵੇਂ ਜਿਵੇਂ ਦੇਸ਼ਾਂ 'ਚ ਖਬਰ ਪਹੁੰਚਦੀ ਹੈ, ਇਲਾਕਿਆਂ 'ਚ, ਨਗਰਾਂ ਵਿੱਚ, ਗ੍ਰਾਮਾਂ ਵਿੱਚ ਇਹ ਪਤਾ ਲੱਗਦਾ ਹੈ ਕਿ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਸਹਿਤ ਮਸੰਦਨ ਸੰਗਤ ਆਵੇ। ਸੁਣ ਸੁਣ ਕੇ ਬੇਅੰਤ ਸੰਗਤਾਂ ਗੁਰੂ ਘਰ ਦੇ ਜਿਹੜੇ ਮਸੰਦ ਨੇ ਉਹਨਾਂ ਮਸੰਦਾਂ ਦੇ ਸਮੇਤ ਚੱਲ ਕੇ ਸੰਗਤਾਂ ਆ ਰਹੀਆਂ ਹਨ। ਲੋਕ ਹਜ਼ਾਰਾਂ ਨਿਤ ਪਹੁੰਚੰਤੇ। ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਹੀ ਸੰਗਤ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੀ ਹੈ। ਮਿਲ ਗੁਰ ਸਿੱਖਨ ਸ਼ੋਕ ਤਰੰਤੇ। ਜਦੋਂ ਗੁਰਸਿੱਖ ਆਪਸ ਵਿੱਚ ਮਿਲਦੇ, ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਸੰਗਤ ਆਪੋ ਵਿੱਚ ਮਿਲਦੀ ਹੈ ਤਾਂ ਮਨ ਵਿੱਚ ਸਾਰੀ ਸੰਗਤ ਦੇ ਵੈਰਾਗ ਦੀ ਦਸ਼ਾ ਹੈ। ਸਭ ਦੇ ਹਿਰਦੇ 'ਚ ਸ਼ੋਕ ਆਉਂਦਾ ਹੈ, ਵੈਰਾਗ ਆਉਂਦਾ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਯਾਦ ਕਰਕੇ। ਸ਼੍ਰੀ ਹਰਗੋਬਿੰਦ ਚੰਦ ਹਮੇਸ਼ੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੋ ਚੰਦਰਮਾ ਦੇ ਸਮਾਨ ਪ੍ਰਕਾਸ਼ ਰਹੇ ਨੇ। ਬੈਠੇ ਲਾਏ ਦੀਵਾਨ ਅਸ਼ੀਸ਼ੇ। ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਵਿਸ਼ੇਸ਼ ਤੌਰ ਤੇ ਮਹਾਰਾਜ ਜੀ ਦੀਵਾਨ ਸਜਾਉਂਦੇ, ਕਿਉਂਕਿ ਸੰਗਤ ਦੀ ਆਮਦ ਜ਼ਿਆਦਾ ਹੋਣ ਕਰਕੇ ਖੁੱਲੇ ਥਾਂ ਤੇ ਸਤਿਗੁਰੂ ਦੀਵਾਨ ਸਜਾਉਂਦੇ ਔਰ ਤਖਤ ਤੇ ਬੈਠ ਕੇ, ਗੁਰਤਾ ਗੱਦੀ ਦੇ ਰੱਥ ਤੇ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਵਿਸ਼ੇਸ਼ ਕਰਕੇ ਦਰਸ਼ਨ ਦਿੰਦੇ, ਕਰਤਾਰਥ ਕਰਦੇ ਹਨ। ਫਰਸ਼ ਵਿਸਾਲ ਪ੍ਰਥਮ ਕਰਵਾਵੇ। ਜਦੋਂ ਸੰਗਤ ਨੇ ਆਉਣਾ ਹੁੰਦਾ ਹੈ, ਦੀਵਾਨ ਸਜਣਾ ਹੁੰਦਾ ਹੈ, ਗੁਰੂ ਘਰ ਦੇ ਜਿਹੜੇ ਟਹਿਲੂਏ ਨੇ ਫਰਾਂਸ, ਉਹ ਮਹਾਰਾਜ ਜੀ ਦੇ ਦਰਬਾਰ 'ਚ ਪਹਿਲਾਂ ਸੋਹਣੇ ਫਰਸ਼ ਵਿਛਾਉਂਦੇ, ਗਲੀਚੇ ਵਿਛਾ ਦਿੰਦੇ ਸੰਗਤ ਦੇ ਬੈਠਣ ਵਾਸਤੇ। ਆਈ ਆਈ ਤੈਂ ਬੈਠਤ ਜਾਵੇਂ। ਤੇ ਜਿਵੇਂ ਜਿਵੇਂ ਸੰਗਤ ਆਉਂਦੀ, ਸਾਰੀ ਸੰਗਤ ਗੁਰਦੇਵ ਨੂੰ ਨਮਸਕਾਰ ਕਰਕੇ ਦੀਵਾਨ ਵਿੱਚ ਜਿੱਥੇ ਜਿੱਥੇ ਥਾਂ ਮਿਲਦੀ ਹੈ, ਜਿੱਥੇ ਜਿੱਥੇ ਫਰਸ਼ ਗਲੀਚੇ ਵਿਛੇ ਨੇ, ਸਾਰੇ ਪਾਸੇ ਸੰਗਤ ਬੈਠ ਜਾਂਦੀ ਹੈ, ਸਜ ਜਾਂਦੀ ਹੈ। ਦੀਗ ਅਟੁੱਟ ਹੋਤ ਦਿਨ ਸਾਰੇ। ਸਾਰਾ ਦਿਨ ਗੁਰੂ ਕੇ ਲੰਗਰਾਂ ਵਿੱਚ ਅਟੁੱਟ ਲੰਗਰ ਵਰਤਦੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਚਲਾਈ ਮਰਜ਼ਾਦਾ ਅਨੁਸਾਰ, ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਗੁਰੂ ਘਰ ਵਿੱਚ ਸਾਰਾ ਦਿਨ ਲਗਾਤਾਰ ਨਿਰੰਤਰ ਇੱਕ ਰਸ ਗੁਰੂ ਕੇ ਲੰਗਰ ਵਰਤਦੇ ਹਨ। ਜਬ ਕੋ ਚਾਹੇ ਕਰੇ ਆਹਾਰੇ। ਜਦੋਂ ਕਿਸੇ ਦੀ ਇੱਛਾ ਹੋਵੇ ਉਹ ਜਾ ਕੇ ਗੁਰੂ ਕੇ ਲੰਗਰਾਂ 'ਚ ਭੋਜਨ ਛਕ ਲੈਂਦਾ। ਕਿਸੇ ਦਾ ਚਿੱਤ ਕਰੇ ਦੁਪਹਿਰੇ ਭੁੱਖ ਲੱਗੇ ਉਦੋਂ ਛਕ ਲਏ, ਕਿਸੇ ਨੂੰ ਸ਼ਾਮ ਨੂੰ ਭੁੱਖ ਲੱਗੇ ਉਦੋਂ ਛਕ ਲਏ। ਸਾਰਾ ਦਿਨ ਲੰਗਰ ਚੱਲਦਾ, ਕਿਸੇ ਨੂੰ ਕੋਈ ਰੋਕ ਟੋਕ ਨਹੀਂ। ਜਦੋਂ ਮਰਜੀ ਜਿਸ ਵੇਲੇ ਵੀ ਜਾ ਕੇ ਕੋਈ ਵੀ ਮਾਈ ਭਾਈ ਜਾ ਕੇ ਲੰਗਰ ਵਿੱਚ ਲੰਗਰ ਛਕ ਲੈਂਦਾ। ਮਾਨਵ ਬ੍ਰਿੰਦ ਕਾਰ ਕੋ ਕਰੇ। ਬੇਨਤੀ ਗੁਰੂ ਘਰ ਦੇ ਸੇਵਾਦਾਰ ਕਰਿੰਦੇ ਜਿਹੜੇ ਨੇ ਜਾਂ ਹੋਰ ਜਿਹੜੀਆਂ ਸੰਗਤਾਂ ਨੇ, ਉਹ ਆਪਣੇ ਤਨ ਮਨ ਧਨ ਕਰਕੇ ਸੇਵਾਵਾਂ ਕਰਦੀਆਂ ਹਨ। ਬੇਅੰਤ ਸੰਗਤਾਂ ਸੇਵਾਵਾਂ ਵਿੱਚ ਤਤਪਰ ਹਨ। ਅਦਿਕ ਸਮਾਜ ਨਿਤਾ ਪ੍ਰਤ ਤਰੇ। ਅਦਕ ਸਮਾਜ ਦਾ ਮਤਲਬ ਵੀ ਗੁਰੂ ਘਰ ਦੇ ਕਾਰਜ ਬਹੁਤ ਵੱਡੇ ਹੁੰਦੇ।
ਘਰ 'ਚ 5-4 ਜੀ ਹੁੰਦੇ, ਵੇਖੋ ਉਹਨਾਂ ਵਾਸਤੇ ਸਾਨੂੰ ਕਿੰਨੀ ਮਸ਼ੱਕਤ ਘਾਲਣੀ ਪੈਂਦੀ ਹੈ। ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਦੀ ਆਮਦ ਆਉਣੀ ਆ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰਨਾ, ਉਹਨਾਂ ਦੇ ਮੰਜੇ ਬਿਸਤਰੇ ਦਾ ਪ੍ਰਬੰਧ ਕਰਨਾ, ਉਹਨਾਂ ਦੇ ਭੋਜਨ ਦਾ ਪ੍ਰਬੰਧ ਕਰਨਾ, ਇਸ਼ਨਾਨ ਪਾਨ ਦਾ ਪ੍ਰਬੰਧ ਕਰਨਾ, ਕਿੱਡੇ ਵੱਡੇ ਕਾਰਜ ਨੇ। ਉਹ ਸਾਰੇ ਕਾਰਜ ਸੰਗਤਾਂ ਕਰਦੀਆਂ, ਸੇਵਾਦਾਰ ਕਰਦੇ ਹਨ। ਖਰਚ ਹੋਤ ਕੁਛ ਗਿਣਤੀ ਨਾਈ। ਕਹਿੰਦੇ ਕਿੰਨਾ ਕੁ ਖਰਚ ਹੁੰਦਾ ਉਹਦੀ ਗਿਣਤੀ ਕੋਈ ਨਹੀਂ। ਨਾ ਆਮਦ ਦੀ ਗਿਣਤੀ ਹੈ ਵੀ ਆਮਦਨ ਕਿੰਨੀ ਹੈ, ਨਾ ਖਰਚ ਦੀ ਗਿਣਤੀ ਹੈ। ਜਿਵੇਂ ਆਮਦਨ ਹੁੰਦੀ ਆ ਉਦਾਂ ਖਰਚ ਵੀ ਬਹੁਤ ਜ਼ਿਆਦਾ ਹੈ, ਬਹੁਤ ਭਾਰੀ ਖਰਚ ਹੁੰਦਾ ਹੈ। ਸਰਬ ਮਸੰਦ ਕਾਰ ਨਿਰਭਈ। ਇਹ ਸਾਰਾ ਕੰਮ ਮਸੰਦ ਕਰਦੇ, ਕਿਉਂਕਿ ਮਸੰਦਾਂ ਦੇ ਕੋਲ ਸੀ ਜ਼ਿੰਮੇਵਾਰੀ। ਗੁਰੂ ਘਰ ਦੇ ਪ੍ਰਬੰਧ ਦੀ ਸਾਰੀ ਜ਼ਿੰਮੇਵਾਰੀ ਮਸੰਦ ਨਿਭਾਉਂਦੇ ਸਨ। ਮਸੰਦਾਂ ਨੇ ਹੀ ਆਮਦਨ ਸਾਂਭਣੀ, ਉਹਨਾਂ ਨੇ ਹੀ ਖਰਚ ਕਰਨਾ। ਤੋ ਮਸੰਦ ਆਪ ਆਪਣੇ ਹੱਥੀਂ ਇਹ ਸਾਰੀਆਂ ਸੇਵਾਵਾਂ ਨਿਭਾਉਂਦੇ ਹਨ। ਸ੍ਰੀ ਗੁਰੂ ਗ੍ਰੰਥ ਪਾਠ ਕਰਵਾਇਓ। ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਸਤਿਗੁਰੂ ਜੀ ਨੇ, ਗੁਰਦੇਵ ਜੀ ਨੇ ਆਪ ਇਹ ਮਰਿਆਦਾ ਚਲਾਈ। ਗੁਰਦੇਵ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਪ੍ਰਾਰੰਭ ਕਰਵਾਏ ਹਨ। ਮਰਿਆਦਾ ਚਲਾਉਣ ਵਾਸਤੇ, ਸਿੱਖਾਂ ਵਿੱਚ ਇਹ ਰੀਤ ਚਲਾਉਣ ਵਾਸਤੇ। ਹਾਲਾਂਕਿ ਗੁਰਦੇਵ ਦੇ ਨਿਮਿਤ ਲੋੜ ਨਹੀਂ ਸਹਿਜ ਪਾਠ ਦੀ, ਪਰ ਸਿੱਖਾਂ ਵਿੱਚ ਗੁਰਦੇਵ ਨੇ ਰੋਹ ਰੀਤ ਤੋਰਨੀ ਹੈ, ਇਹ ਰਹਿਰਾਸ ਚਲਾਉਣੀ ਹੈ। ਇਸ ਕਰਕੇ ਗੁਰਦੇਵ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੀ ਆਰੰਭਤਾ ਕਰਵਾਈ ਹੈ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਹਨ। ਭਾਈ ਬ੍ਰਿਧ ਪਠਨ ਕੋ ਲਾਇਵ। ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ। ਛੇਵੇਂ ਪਾਤਸ਼ਾਹ ਜੀ ਮਹਾਰਾਜ ਪਦਮ ਆਸਣ ਲਾ ਕੇ ਜਿੰਨਾ ਚਿਰ ਬਾਬਾ ਬੁੱਢਾ ਸਾਹਿਬ ਜੀ ਪਾਠ ਕਰਦੇ ਉਹਨਾਂ ਚਿਰ ਬਹਿ ਕੇ ਸੁਣਦੇ। ਚਾਹੇ 4 ਘੰਟੇ ਕਰਨ, 7 ਘੰਟੇ ਕਰਨ, 8 ਘੰਟੇ ਕਰਨ, ਉਹਨਾਂ ਚਿਰ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਬਹਿ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸਹਿਜ ਪਾਠ ਸੁਣਦੇ ਹਨ। ਗੁਰੂ ਖਾਲਸਾ ਜੀ, ਇਹ ਮਰਜ਼ਾਦਾ ਹੈ। ਕੇਵਲ ਇੱਥੇ ਸਾਡੀ ਜ਼ਿੰਮੇਵਾਰੀ ਨਹੀਂ ਮੁੱਕ ਜਾਂਦੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਕਰਾ ਲਏ ਹੈ, ਜਾਂ ਸਹਿਜ ਪਾਠ ਜਾਂ ਸਪਤਾਹਕ ਪਾਠ ਕਰਾ ਲਏ ਹੈ ਤੇ ਸਾਡੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਜਾਂ ਸਹਿਜ ਪਾਠ ਪ੍ਰਾਰੰਭ ਕਰਵਾਏ ਜਾਣ ਘਰਾਂ 'ਚ, ਉਦੋਂ ਯਤਨ ਕਰਨਾ ਚਾਹੀਦਾ ਜਿਹੜੇ ਪਾਠ ਕਰਾ ਰਹੇ ਆ ਉਹ ਬਹਿ ਕੇ ਪਾਠ ਸੁਣਨ, ਤੇ ਜਿਹੜੇ ਪਾਠੀ ਸਿੰਘ ਪਾਠ ਕਰਦੇ ਆ ਉਹ ਬੋਲ ਕੇ ਪਾਠ ਕਰਨ, ਔਰ ਵੱਧ ਤੋਂ ਵੱਧ ਗੁਰਬਾਣੀ ਸੁਣ ਕੇ ਉਹਦੇ ਵਿੱਚ ਆਪਣਾ ਸਮਾਂ ਬਸਰ ਕਰਨਾ ਚਾਹੀਦਾ। ਆਮ ਕਰਕੇ ਅੱਜ ਸਾਡੇ ਘਰਾਂ ਵਿੱਚ ਇਦਾਂ ਦੀ ਮਰਿਆਦਾ ਵੇਖਣ ਨੂੰ ਨਹੀਂ ਮਿਲਦੀ। ਪਾਠੀ ਸਿੰਘ ਪਾਠ ਕਰਕੇ ਸਮਾਪਤੀ ਕਰ ਦਿੰਦੇ। ਭੋਗਾਂ ਦੇ ਸਲੋਕਾਂ ਤੇ ਵੀ ਆਵਾਜ਼ਾਂ ਮਾਰ-ਮਾਰ ਸੱਦਣਾ ਪੈਂਦਾ, ਰੁਮਾਲਾ ਲੈ ਆਓ ਭਾਈ, ਰੱਬ ਦਾ ਵਾਸਤਾ ਹੁਣ ਭੋਗ ਪੈਣ ਵਾਲਾ, ਹੁਣ ਤਾਂ ਆ ਜਾਓ। ਫਿਰ ਵੀ ਕਹਿੰਦੇ ਜੀ ਬਾਹਰ ਹਲਵਾਈ ਬੈਠਾ ਹੈ ਜੀ, ਫਲਾਣਾ ਕਰਦਾ ਜੀ, ਅਮਕਾ ਕਰਦਾ ਹੈ। ਖਾਲਸਾ ਜੀ, ਇਹ ਮਰਿਆਦਾ ਨਹੀਂ ਹੈ। ਜਦੋਂ ਦੇ ਅਸੀਂ ਗੈਰ ਮਰਿਆਦਕ ਕੰਮ ਕਰਨੇ ਸ਼ੁਰੂ ਕਰ ਦਿੱਤੇ ਆ, ਉਦੋਂ ਦਾ ਕਲੀ ਕਾਲ ਦਾ ਵਰਤਾਰਾ ਵੱਧ ਵਰਤ ਰਿਹਾ ਹੈ। ਹੁਣ ਵੀ ਜੇ ਮਰਿਆਦਾ ਵਿੱਚ ਆ ਜਾਵਾਂਗੇ ਤੇ ਸਭ ਕੁਝ ਸੰਭਲ ਜਾਏਗਾ, ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਦਾ। ਆਗਾ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਅੱਗੇ ਵਾਸਤੇ ਸੁਚੇਤ ਹੋ ਜਾਣਾ ਚਾਹੀਦਾ। ਪਿੱਛੇ ਜੋ ਹੋ ਗਿਆ ਸੋ ਹੋ ਗਿਆ, ਹੁਣ ਉਹਨੂੰ ਤਾਂ ਨਹੀਂ ਸੁਧਾਰ ਸਕਦੇ, ਪਰ ਅਗਾਂਹ ਵਾਸਤੇ ਸਮਝ ਲੈਣਾ ਚਾਹੀਦਾ। ਮਰਿਆਦਾ ਵਿੱਚ ਆ ਜਾਈਏ, ਸਹਿਜ ਪਾਠਾਂ ਦੀ ਅਖੰਡ ਪਾਠ ਹੋਣੇ ਚਾਹੀਏ ਵੱਧ ਤੋਂ ਵੱਧ। ਖਾਲਸਾ ਜੀ, ਹੁਣ ਤਾਂ ਇਹ ਵਰਤਾਰਾ ਵੀ ਵਰਤ ਗਿਆ। ਪੁੱਤ ਧੀਆਂ ਦੇ ਵਿਆਹ ਕਰਦੇ ਆ ਤੇ ਆਮ ਕਰਕੇ ਪਹਿਲਾਂ ਗੁਰਮੁਖ ਪਿਆਰੇ ਅਖੰਡ ਪਾਠ ਸਾਹਿਬ ਕਰਾਉਂਦੇ, ਸਹਿਜ ਪਾਠ ਕਰਾ ਲੈਂਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਇਆ ਦ੍ਰਿਸ਼ਟੀ ਕਰਨ, ਇਹ ਕਾਰਜ ਸ਼ੁਭ ਰੀਤੀ ਨਾਲ ਹੋ ਜਾਣ, ਸੰਪੰਨ ਹੋ ਜਾਣ। ਫਿਰ ਅਖੰਡ ਪਾਠ ਸਾਹਿਬ ਕਰਾ ਲੈਂਦੇ। ਹੁਣ ਤਾਂ ਗੁਰੂ ਖਾਲਸਾ ਜੀ ਸੁਖਮਣੀ ਸਾਹਿਬ ਦੇ ਪਾਠ ਤੇ ਆ ਗਏ ਵੀ ਸੁਖਮਣੀ ਸਾਹਿਬ ਦਾ ਪਾਠ ਕਰਾਓ ਤੇ ਭੋਗ ਪਾਓ, ਕਿਉਂਕਿ ਕਹਿੰਦੇ ਟਾਈਮ ਨਹੀਂ ਹੁੰਦਾ ਜੀ। ਬਾਕੀ ਸਾਰੇ ਨੱਚਣ ਟੱਪਣ ਨੂੰ, ਹੋਰ ਕਈ ਤਰ੍ਹਾਂ ਦੇ ਪੁੱਠੇ ਸਿੱਧੇ ਕੰਮਾਂ ਨੂੰ ਟਾਈਮ ਹੁੰਦਾ ਇਹਨਾਂ ਲੋਕਾਂ ਕੋਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ, ਅਖੰਡ ਪਾਠ ਦਾ ਟਾਈਮ ਨਹੀਂ ਹੁੰਦਾ। ਕੈਸਾ ਸਮਾਂ ਆ ਗਿਆ ਕਲਯੁਗ ਦਾ ਭਾਈ। ਤੋਂ ਵੱਧ ਗੁਰਬਾਣੀ ਦੇ ਜਾਪ ਹੋਵਣ, ਪਾਠੀ ਸਿੰਘ ਬੋਲ ਕੇ ਪਾਠ ਕਰਨ, ਪਰਿਵਾਰ ਵਾਲੇ ਬਹਿ ਕੇ ਗੁਰਬਾਣੀ ਸੁਣਨ। ਮਹਾਰਾਜ ਛੇਵੇਂ ਪਾਤਸ਼ਾਹ ਆਪ ਇਹ ਮਰਿਆਦਾ ਚਲਾ ਰਹੇ। ਬਾਬਾ ਬੁੱਢਾ ਸਾਹਿਬ ਜੀ ਜਦੋਂ ਪਾਠ ਕਰਦੇ ਨੇ,
ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਉਹਨਾਂ ਚਿਰ ਬਹਿ ਕੇ ਗੁਰਬਾਣੀ ਸੁਣਦੇ ਹਨ। ਕਰੇ ਰਬਾਬੀ ਕੀਰਤਨ ਕਨੇ। ਰਬਾਬੀ ਮਹਾਰਾਜ ਜੀ ਦੇ ਦਰਬਾਰ ਵਿੱਚ ਘਣਾ ਕੀਰਤਨ ਕਰਦੇ। ਘਣਾ ਦਾ ਮਤਲਬ ਰੀਝ ਰੀਝ ਕੇ ਆਨੰਦ ਦੇ ਨਾਲ ਅਖੰਡ ਕੀਰਤਨ ਕਰਦੇ ਹਨ। ਕਬ ਸਿੱਖ ਗਾਏ ਜੇ ਰਾਗੀ ਬਨੇ। ਜਿਹੜੇ ਪੰਜਵੇਂ ਪਾਤਸ਼ਾਹ ਦੀ ਕਿਰਪਾ ਨਾਲ ਰਾਗੀ ਬਣ ਗਏ ਸੀ ਨਾ, ਜਦੋਂ ਭਾਈ ਸੱਤਾ ਤੇ ਬਲਵੰਡ ਜੀ ਨਹੀਂ ਸੀ ਆਏ, ਉਹ ਸਿੱਖ ਵੀ ਆ ਕੇ ਕਦੇ ਕੀਰਤਨ ਕਰਦੇ, ਕਦੇ ਰਬਾਬੀ ਕਰਦੇ ਆ ਕੇ ਕੀਰਤਨ, ਕਦੇ ਜਿਹੜੇ ਰਾਗੀ ਸਿੱਖ ਨੇ, ਕਿਉਂਕਿ ਜਿਹੜੀ ਰਾਗੀ ਸੰਪਰਦਾ ਹੈ ਨਾ, ਇਹ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਚਲਾਈ। ਰਬਾਬੀਆਂ ਦੀ ਜਿਹੜੀ ਮਰਿਆਦਾ ਉਹ ਗੁਰੂ ਨਾਨਕ ਸਾਹਿਬ ਦੇ ਸਮੇਂ ਚੱਲ ਪਈ। ਤੋ ਰਾਗੀ ਸੰਪਰਦਾ ਉਹ ਪੰਜਵੇਂ ਪਾਤਸ਼ਾਹ ਦੀ ਦਇਆ ਮਾਇਆ ਨਾਲ ਜਿੰਨੇ ਰਾਗੀ ਸਿੰਘ ਨੇ ਉਹ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਨਾਲ ਵਰਤਦੇ ਆ, ਕੀਰਤਨ ਕਰਦੇ ਆ। ਤੋ ਰਾਗੀ ਸਿੱਖ ਆ ਕੇ ਕੀਰਤਨ ਕਰਦੇ ਹਨ। ਭਜਨ ਅਖੰਡ ਪ੍ਰਵਾਹ ਬਹੰਤਾ। ਏਦਾਂ ਲਗਾਤਾਰ ਰਾਤ ਦਿਨ ਹੀ ਅਖੰਡ ਭਜਨ ਦਾ ਪ੍ਰਵਾਹ ਹੁੰਦਾ ਦਰਬਾਰ ਸਾਹਿਬ। ਸਾਰਾ ਦਿਨ ਕੀਰਤਨ ਹੁੰਦਾ, ਕਥਾ ਹੁੰਦੀ ਹੈ। ਰਾਤ ਨੂੰ ਵੀ ਗੁਰਸਿੱਖ ਬੈਠੇ ਭਜਨ ਕਰੀ ਜਾਂਦੇ, ਰਾਤ ਨੂੰ ਵੀ ਹਰੀ ਜਸ ਹੁੰਦਾ ਜਾਂਦਾ। 24 ਘੰਟੇ ਲਗਾਤਾਰ ਨਿਰੰਤਰ ਇੱਕ ਰਾਸੀ ਕੀਰਤਨ ਹੁੰਦਾ ਮਹਾਰਾਜ ਜੀ ਦਾ ਦਰਬਾਰ ਸਾਹਿਬ 'ਚ। ਗੁਰੂ ਖਾਲਸਾ ਜੀ ਜਦੋਂ ਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰਚਨਾ ਕੀਤੀ ਦਰਬਾਰ ਸਾਹਿਬ ਦੀ, 400 ਸਾਲ ਤੋਂ ਵੱਧ ਸਮਾਂ ਹੋ ਗਿਆ, ਉਦੋਂ ਦਾ ਲਗਾਤਾਰ ਨਿਰੰਤਰ ਹੀ ਉੱਥੇ ਹਰੀ ਕੀਰਤਨ ਹੋ ਰਿਹਾ ਹੈ। ਉਹ ਅਸਥਾਨ ਸਿੱਧ ਹੋ ਗਿਆ ਖਾਲਸਾ ਜੀ। ਬਹੁਤ ਸਾਰੇ ਗੁਰਬਾਣੀ ਦੇ ਕੀਰਤਨੀਏ ਜਿਹੜੇ ਉੱਥੇ ਦਰਬਾਰ ਸਾਹਿਬ ਕੀਰਤਨ ਦੀ ਹਾਜ਼ਰੀ ਭਰਦੇ ਐ, ਜਦੋਂ ਉਹਨਾਂ ਨਾਲ ਬਚਨ ਕਰੀਏ ਤੇ ਉਹ ਦੱਸਦੇ ਐ, ਕਹਿੰਦੇ ਗਿਆਨੀ ਜੀ ਦਰਬਾਰ ਸਾਹਿਬ ਅੰਦਰ ਬਹਿ ਕੇ ਕੀਰਤਨ ਕਰਨ ਦਾ ਜੋ ਰਸ ਆਉਂਦਾ ਹੈ, ਆਨੰਦ ਵਰਤਦਾ, ਬਾਹਰ ਜਾ ਕੇ ਉਹਨਾਂ ਰਸ ਨਹੀਂ ਵਰਤਦਾ। ਕਿਉਂਕਿ ਕੀਰਤਨ ਨਾਲ ਉਹ ਜਗ੍ਹਾ ਹੀ ਸਿੱਧ ਹੋ ਗਈ ਹੈ ਕਿ ਕੀਰਤਨ ਹੀ ਹੋ ਰਿਹਾ ਅੱਠੇ ਪੈਰ ਉੱਥੇ। ਉੱਥੇ ਮਨ ਹੀ ਜ਼ਿਆਦਾ ਕੀਰਤਨ ਵਿੱਚ ਜੁੜਦਾ, ਭਜਨ ਵਿੱਚ ਜੁੜਦਾ ਹੈ। ਤੋ ਅਖੰਡ ਪ੍ਰਵਾਹ ਕੀਰਤਨ ਦਾ, ਭਜਨ ਦਾ ਵਹਿ ਰਿਹਾ ਹੈ। ਹੋਏ ਜੀਵਨ ਕਲਿਆਣ ਸੁਨੰਤਾ। ਜਿਹੜਾ ਵੀ ਕੋਈ ਜੀਵ ਸੁਣਦਾ ਉਹਦੀ ਕਲਿਆਣ ਹੁੰਦੀ ਹੈ, ਉਹਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਤ੍ਰੋਦਸ਼ ਦਿਨ ਇਸ ਬਿਦ ਜਬ ਭਇਓ। ਇਸੇ ਤਰ੍ਹਾਂ ਖਾਲਸਾ ਜੀ 13 ਦਿਨ ਬੀਤ ਗਏ। ਪਹਿਲਾਂ ਤਰੋਦਸ ਦੀ ਮਰਿਆਦਾ ਸੀ, ਬਾਅਦ ਵਿੱਚ ਮਹਾਰਾਜ 6ਵੇਂ ਪਾਤਸ਼ਾਹ ਨੇ 10ਵੇਂ ਦਿਨ ਦੀ ਮਰਿਆਦਾ ਚਲਾਈ। ਹੁਣ ਜਦੋਂ ਕੋਈ ਪ੍ਰਾਣੀ ਚਲਾਣੇ ਕਰਦਾ ਤੇ ਉਹਦਾ ਦੁਸਹਿਰਾ ਮਨਾਇਆ ਜਾਂਦਾ, 10ਵੇਂ ਦਿਨ ਭੋਗ ਪਾਇਆ ਜਾਂਦਾ। ਪਹਿਲਾਂ 13ਵੇਂ ਦਿਨ ਪਾਇਆ ਜਾਂਦਾ ਸੀ, ਕੋਈ 17ਵੇਂ ਦਿਨ ਪਾਉਂਦਾ ਸੀ। ਤੋ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਨਿਮਿਤ ਜਿਹੜਾ ਭੋਗ ਪਾਇਆ ਗਿਆ ਸਹਿਜ ਪਾਠ ਦਾ, ਉਹ 13ਵੇਂ ਦਿਨ ਪਾਇਆ ਗਿਆ। ਪੜਿਓ ਸੋ ਗ੍ਰੰਥ ਅੰਤ ਲੋ ਆਇਓ। ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਪ ਹੋਇਆ, ਸਮਾਪਤੀ ਤੇ ਪਾਠ ਆਇਆ। ਜਗਤ ਰੀਤ ਕੇ ਹੀਤ ਗੁਸਾਈ। ਤੋ ਜਗਤ ਦੀ ਜਿਹੜੀ ਮਰਿਆਦਾ ਹੈ ਉਹਦੇ ਵਾਸਤੇ ਸੰਗਤ ਤੈਂ ਬੁਲਾਏ ਸਮੁਦਾਈ। ਜਦੋਂ ਭੋਗ ਪਾਣਾ ਸੀ ਸਹਿਜ ਪਾਠ ਦਾ, ਸਾਰੀ ਸੰਗਤ ਨੂੰ ਸੱਦਾ ਭੇਜਿਆ। ਜਿੰਨੀ ਸੰਗਤ ਸੀ ਸਾਰੀ ਸੰਗਤ ਨੂੰ ਸੱਦ ਲਿਆ। ਰਾਮਦਾਸਪੁਰ ਪੈਂਚ ਸੁਨੀਕੇ। ਜਿਹੜੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਦੇ ਪੰਚ ਸੀ, ਮੁਖੀਏ ਸਨ। ਕਰੇ ਹਕਾਰਨ ਆਪਨ ਨਜੀਕੇ। ਉਹਨਾਂ ਨੂੰ ਵੀ ਸਾਰਿਆਂ ਨੂੰ ਸਤਿਗੁਰੂ 6ਵੇਂ ਪਾਤਸ਼ਾਹ ਜੀ ਨੇ ਆਪਣੇ ਕੋਲ ਸੱਦ ਲਿਆ। ਕਨੋ ਕਰਿਓ ਪੰਚਾਮ੍ਰਿਤ ਤਬੇ। ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਗਈਆਂ। ਆਨਿਓ ਤੂਰਨ ਤੈਂ ਤੇ ਸਭ। ਔਰ ਬੜੀ ਛੇਤੀ ਨਾਲ ਦੇਗ ਤਿਆਰ ਕਰਕੇ ਦੀਵਾਨ ਵਿੱਚ ਲਿਆਂਦੀ ਗਈ। ਨੀਕੀ ਪੰਗਤ ਸਭਾ ਮਝਾਰਾ। ਸਾਰੀ ਪੰਗਤ ਸਭਾ ਦੇ ਵਿੱਚ ਆਣ ਕੇ ਸਜ ਗਈ ਹੈ। ਸਾਰੀ ਸੰਗਤ ਸਭਾ ਵਿੱਚ ਦੀਵਾਨ ਵਿੱਚ ਆ ਕੇ ਬੈਠ ਗਈ। ਬ੍ਰਿਧ ਗ੍ਰੰਥ ਕੋ ਅੰਤੇ ਉਚਾਰਾ। ਜਦੋਂ ਸਾਰੀ ਸੰਗਤ ਜੁੜ ਗਈ ਨਾ, ਫਿਰ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਪਾਇਆ। ਉਦੋਂ ਸਮਾਪਤੀ, ਕਿਉਂਕਿ 9ਵੇਂ ਮਹੱਲੇ ਦੇ ਸ਼ਲੋਕ ਹਾਲੇ ਦਰਜ ਨਹੀਂ ਸਨ, ਰਾਗ ਮਾਲਾ ਦੇ ਉੱਤੇ ਸਮਾਪਤੀ ਕੀਤੀ। ਵਾਰਾਂ ਦੇ ਵਧੇਕ ਪੜ੍ਹ ਕੇ, ਮੁੰਦਾਵਣੀ ਪੜ੍ਹ ਕੇ, ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਫਿਰ ਰਾਗ ਮਾਲਾ ਪੜ੍ਹੀ ਹੈ ਬਾਬਾ ਜੀ ਨੇ। ਰਾਗ ਏਕ ਸੰਗ ਪੰਚ ਬਰੰਗਨ,
ਸੰਗ ਅਲਾਪਹਿ ਆਠੋਂ ਨੰਦਨ ਪ੍ਰਥਮ ਰਾਗ ਭੈਰੋਂ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁੰਨਿਆ ਕੀ ਗਾਵ ਹੈ ਬੰਗਲੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਖਸ਼ਟ ਰਾਗ ਉਨ ਗਾਏ ਸੰਗ ਰਾਗਨੀ 30 ਸਭੈ ਪੁੱਤਰ ਰਾਂਗਨ ਕੇ 18 10 20 ਇਹ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸਹਿਜ ਪਾਠਾਂ ਦੇ ਭੋਗ ਪਾਏ ਹਨ। ਹਰੇ ਹੋਏ ਗੁਰਦਾਸ ਨਿਹਰਤਾ ਭਾਈ ਗੁਰਦਾਸ ਸਾਹਿਬ ਜੀ ਵੀ ਸੰਗਤ ਵਿੱਚ ਹਾਜ਼ਰ ਨੇ, ਉਹ ਖੜੇ ਹਨ। ਚਾਮਰ ਚਾਰੂ ਢੋਰਨ ਕਰਤਾ ਜਦੋਂ ਬਾਬਾ ਜੀ ਭੋਗ ਪਾ ਰਹੇ ਸਨ ਤੇ ਭਾਈ ਗੁਰਦਾਸ ਜੀ ਚਵਰ ਝੁਲਾ ਰਹੇ ਸਨ। ਇਹ ਵੀ ਮਰਿਆਦਾ ਹੁਣ ਤਾਂ ਹੀ ਪਾਲੀ ਜਾਂਦੀ, ਜਦੋਂ ਸ਼ਲੋਕ ਪੜ੍ਹੇ ਜਾਂਦੇ ਐ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਚਵਰ ਝੁਲਾਇਆ ਜਾਂਦਾ, ਨਾਲ ਭੋਗ ਪਾਇਆ ਜਾਂਦਾ। ਭਾਈ ਗੁਰਦਾਸ ਸਾਹਿਬ ਜੀ ਦੇ ਹੱਥਾਂ ਵਿੱਚ ਚਵਰ ਹੈ, ਉਹ ਚਵਰ ਝੁਲਾਉਣ ਦੀ ਸੇਵਾ ਕਰ ਰਹੇ ਹਨ। ਜਬੋ ਗ੍ਰੰਥ ਕੋ ਪਾਇਓ ਭੋਗ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦਾ ਭੋਗ ਪਾਇਆ ਗਿਆ, ਸੀਸ ਨਿਵਾਇਓ ਸਗਰੇ ਲੋਗ ਜਿੰਨੀ ਸੰਗਤ ਬੈਠੀ ਸੀ ਸਾਰੀ ਸੰਗਤ ਨੇ ਸੀਸ ਝੁਕਾ ਕੇ ਨਮਸਕਾਰ ਕੀਤੀ ਭੋਗ ਦੇ ਨਾਲ। ਪੁਨ ਰੁਮਾਲ ਕੋ ਉਪਰ ਪਾਏ ਫਿਰ ਸੋਹਣਾ ਰੁਮਾਲਾ ਮਹਾਰਾਜ ਜੀ ਦੇ ਉੱਤੇ ਪਾਇਆ ਤੇ ਨਵੀਂ ਪੁਸ਼ਾਕ ਨਵਾਂ ਰੁਮਾਲਾ ਮਹਾਰਾਜ ਜੀ ਦੇ ਸੁਭਾਏਮਾਨ ਕੀਤਾ। ਰਾਗੀ ਤਬੇ ਸ਼ਬਦ ਕੋ ਗਾਏ ਫਿਰ ਇੰਨੇ ਨੂੰ ਰਾਗੀ ਸਿੰਘ ਆ ਗਏ, ਰਾਗੀਆਂ ਨੇ ਬਹਿ ਕੇ ਕੀਰਤਨ ਕੀਤਾ। ਪਾਠ ਦਾ ਭੋਗ ਪਾਣ ਤੋਂ ਬਾਅਦ ਫਿਰ ਕੀਰਤਨ ਕੀਤਾ ਗਿਆ। ਪੜ ਆਨੰਦ ਲੋ ਕਰ ਅਰਦਾਸ ਫਿਰ ਸ਼੍ਰੀ ਆਨੰਦ ਸਾਹਿਬ ਦਾ ਪਾਠ ਕੀਤਾ ਗਿਆ। ਬਾਅਦ ਵਿੱਚ ਜਦੋਂ ਸਮਾਪਤੀ ਕਰਨੀ ਸੀ, ਕੀਰਤਨ ਹੋਇਆ, ਹਰੀ ਜਸ ਹੋਇਆ, ਆਨੰਦ ਸਾਹਿਬ ਜੀ ਦੀਆਂ ਪੌੜੀਆਂ ਪੜੀਆਂ ਗਈਆਂ। ਹਰ ਗੋਬਿੰਦ ਲੈ ਪੋਸ਼ਿਸ਼ ਪਾਸ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਨਵੀਂ ਪੁਸ਼ਾਕ ਮੰਗਾਈ। ਰੇਸ਼ਮ ਜ਼ਰੀ ਸਮੇਤ ਦੁਸ਼ਾਲੇ ਜਿਹੜੇ ਰੇਸ਼ਮ ਦੇ ਧਾਗੇ ਦੇ ਬਣੇ ਹੋਏ ਪੁਸ਼ਾਕ ਸੀ, ਬੜੇ ਜ਼ਰੀਦਾਰ ਬਸਤਰ, ਬੜੇ ਕੀਮਤੀ ਬਸਤਰ ਸਨ। ਸਭ ਆਪਣੇ ਤਬ ਹੱਥ ਉਠਾ ਲੇ ਉਹ ਬਸਤਰ ਸਾਰੇ ਬਾਬਾ ਬੁੱਢਾ ਸਾਹਿਬ ਜੀ ਦੇ 6ਵੇਂ ਪਾਤਸ਼ਾਹ ਜੀ ਨੇ ਥਾਲ ਚ ਪਾਏ ਐ। ਪੁਸ਼ਾਕ ਬੜੀ ਸੋਹਣੀ ਹੈ, ਦਸਤਾਰ ਹੈ, ਜ਼ਰੀਦਾਰ ਰੇਸ਼ਮ ਦੇ ਧਾਗੇ ਦੇ ਬਣੇ ਬਸਤਰ। ਸਾਹਿਬ ਬੁੱਢੇ ਕੋ ਤਬ ਦਈ ਉਹ ਬਸਤਰ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਭੇਟ ਕੀਤੇ। ਮਰਿਆਦਾ ਸੀ ਪੰਥ ਦੀ ਕਿ ਜਿਹੜਾ ਗ੍ਰੰਥੀ ਸਿੰਘ ਪਾਠ ਕਰੇ ਉਹਨੂੰ ਬਸਤਰ ਭੇਟਾ ਕਰਨੇ। ਹੁਣ ਤੱਕ ਵੀ ਜਥਾ ਸ਼ਕਤ ਜਿਹੜੇ ਪਰਿਵਾਰ ਕਰ ਸਕਦੇ ਐ, ਉਹ ਗ੍ਰੰਥੀ ਸਿੰਘ ਜਿਹੜੇ ਪਾਠ ਕਰਦੇ ਆ, ਪਾਠੀ ਸਿੰਘਾਂ ਨੂੰ ਬਸਤਰ ਭੇਟਾ ਕਰਦੇ। ਮਹਾਰਾਜ ਜੀ ਮਰਿਆਦਾ ਚਲਾ ਰਿਹਾ ਸਿੱਖਾਂ ਵਿੱਚ ਕਿ ਇਹ ਪੰਥ ਦੀ ਮਰਿਆਦਾ ਚੱਲੇ। ਤੋਂ ਬਾਬਾ ਬੁੱਢਾ ਸਾਹਿਬ ਜੀ ਵਾਸਤੇ ਮਹਾਰਾਜ ਜੀ ਨੇ ਬੜੀ ਸੋਹਣੀ ਪੁਸ਼ਾਕ, ਬੜੇ ਕੀਮਤੀ ਬਸਤਰ ਜਿਹੜੇ ਰੇਸ਼ਮ ਦੇ ਧਾਗੇ ਦੇ ਬਣੇ ਹੋਏ ਤੇ ਜ਼ਰੀਦਾਰ ਬਸਤਰ, ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਭੇਟਾ ਕੀਤੇ ਨੇ। ਨਾਲ ਜਥਾ ਸ਼ਕਤ ਮਾਇਆ ਭੇਟ ਕੀਤੀ ਹੈ। ਸੁੰਦਰ ਸਕਲ ਪੈਰ ਤਨ ਲਈ ਬਾਬਾ ਬੁੱਢਾ ਸਾਹਿਬ ਜੀ ਲਈ ਉਹ ਪੁਸ਼ਾਕ ਪਹਿਲਾਂ ਹੀ ਬਣਵਾ ਲਈ ਸੀ ਮਹਾਰਾਜ ਜੀ ਨੇ, ਉਹ ਸਵਾ ਕੇ ਭੇਟਾ ਕੀਤੇ। ਬਾਬਾ ਜੀ ਨੂੰ ਆਖਿਆ, ਬਾਬਾ ਜੀ ਇਹ ਬਸਤਰ ਆਪ ਜੀ ਹੁਣੇ ਹੀ ਤਨ ਤੇ ਸਜਾ ਲਓ। ਤੋ ਬਾਬਾ ਜੀ ਨੇ ਉਹ ਬਸਤਰ ਆਪਣੇ ਤਨ ਤੇ ਸਜਾਏ ਨੇ, ਧਾਰਨ ਕੀਤੇ ਹਨ। ਰੀਤ ਚਲਾਵਨ ਜਗਤ ਮਝਾਰਾ ਇਹ ਮਰਿਆਦਾ, ਇਹ ਰੀਤ ਜਗਤ ਵਿੱਚ ਚਲਾਉਣ ਵਾਸਤੇ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਵਿਧੀ ਵਿਧਾਨ ਰਚਿਆ ਹੈ। ਇਹ ਬੜੀ ਸੁੰਦਰ ਮਰਿਆਦਾ ਮਹਾਰਾਜ ਜੀ ਨੇ ਚਲਾਈ। ਪਾਠੀ ਸਿੰਘਾਂ ਦੇ, ਗ੍ਰੰਥੀ ਸਿੰਘਾਂ ਦੇ ਸਤਕਾਰ ਵਜੋਂ ਜਿਹੜੇ ਗੁਰੂ ਕੀ ਬਾਣੀ ਦਾ ਜਾਪ ਸੁਣਾਵਣ, ਉਹਨਾਂ ਨੂੰ ਕੀ ਦੇ ਸਕਦੇ ਆ ਭਲਾ। ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਕੀ ਦੇ ਸਕਦੇ ਆ। ਸ਼ਹੀਦ ਭਾਈ ਮਨੀ ਸਿੰਘ ਜੀ ਨੇ ਬੜੇ ਸੋਹਣੇ ਬਚਨ ਲਿਖੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਾਉਣ ਦੀ ਮਰਿਆਦਾ ਕੀ ਹੈ। ਭਾਈ ਮਨੀ ਸਿੰਘ ਜੀ ਜਿਨ੍ਹਾਂ ਬੰਦ ਕਟਾਏ, ਉਹ ਬਚਨ ਲਿਖਦੇ, ਕਹਿੰਦੇ ਜਿਹੜੇ ਪਾਠੀ ਸਿੰਘ ਪਾਠ ਕਰਨ, ਗ੍ਰੰਥੀ ਸਿੰਘ ਇਸ ਭਾਵਨਾ ਨਾਲ ਪਾਠ ਕਰਨ ਵੀ ਅਸੀਂ ਇੱਥੋਂ ਕੱਖ ਨਹੀਂ ਲੈਣਾ, ਕੇਵਲ ਗੁਰਬਾਣੀ ਪੜ੍ਹਨੀ ਹੈ, ਅਸੀਂ ਇਹਨਾਂ ਕੋਲੋਂ ਨਹੀਂ ਕੁਝ ਲੈਣਾ। ਮਨ 'ਚ ਕੋਈ ਕਾਮਨਾ ਹੀ ਨਾ ਹੋਵੇ ਵੀ ਮੈਂ ਭੇਟਾ ਲੈਣੀ ਆ, ਪੈਸੇ ਲੈਣੇ ਆ। ਇਸ ਭਾਵਨਾ ਨਾਲ ਪਾਠ ਕਰਨ ਕਿ ਇਹਨਾਂ ਕੋਲੋਂ ਕੁਝ ਨਹੀਂ ਲੈਣਾ, ਗੁਰਬਾਣੀ ਦਾ ਰਸ ਲੈਣਾ, ਆਨੰਦ ਲੈਣਾ। ਤੇ ਜਿਹੜਾ ਪਾਠ ਕਰਾਉਣ ਵਾਲਾ
ਉਹ ਮਨ 'ਚ ਇਹ ਭਾਵਨਾ ਰੱਖੇ ਵੀ ਮੈਂ ਕੁਝ ਰੱਖਣਾ ਹੀ ਨਹੀਂ, ਸਭ ਕੁਝ ਇਹਨਾਂ ਨੂੰ ਭੇਟ ਕਰ ਦੇਣਾ। ਹੁਣ ਨਾ ਕਰਨ ਵਾਲਿਆਂ 'ਚ ਸੱਤ ਹੈ, ਸੰਤੋਖ ਹੈ, ਤੇ ਨਾ ਕਰਾਉਣ ਵਾਲਿਆਂ 'ਚ ਸੱਤ ਹੈ। ਪਹਿਲਾਂ ਸੀ ਸਤੀ ਦੇ ਸੰਤੋਖੀ ਖਾਏ, ਦੇਣ ਵਾਲੇ ਸਤੀ ਜੋ ਹੈ ਹਾਜ਼ਰ ਕਰ ਦਿੰਦੇ, ਲੈਣ ਵਾਲੇ ਸੰਤੋਖੀ ਹੁੰਦੇ ਸੀ। ਹੁਣ ਨਾ ਲੈਣ ਵਾਲੇ ਸੰਤੋਖੀ ਨਾ ਦੇਣ ਵਾਲੇ ਸਤੀ। ਇਦਾਂ ਦਾ ਕਲਯੁਗ ਦਾ ਪ੍ਰਭਾਵ ਬਣ ਗਿਆ। ਮਹਾਰਾਜ ਜੀ ਨੇ ਮਰਿਆਦਾ ਚਲਾਈ ਕਿ ਜਗਤ ਦੀ ਸੋਹਣੀ ਰੀਤ ਚਲਾਉਣ ਵਾਸਤੇ ਬਾਬਾ ਜੀ ਨੂੰ ਬੜੀ ਸੋਹਣੀ ਪੁਸ਼ਾਕ, ਸੋਹਣੇ ਬਸਤਰ ਭੇਟਾ ਕੀਤੇ। ਕੀਨੋ ਸਭ ਬਿਦ ਕੋ ਵਰਤਾਰਾ, ਇਹ ਵਰਤਾਰਾ ਸਤਿਗੁਰੂ ਜੀ ਨੇ ਭਲੀ ਪ੍ਰਕਾਰ ਨਾਲ ਜਗਤ ਵਿੱਚ ਚਲਾਇਆ। ਅਪਰ ਸਿੱਖ ਪ੍ਰੀਤਮ ਗੁਰਬਾਣੀ, ਹੋਰ ਵੀ ਜਿਹੜੇ ਗੁਰਸਿੱਖ ਗੁਰਬਾਣੀ ਦੇ ਪ੍ਰੀਤਮ ਪਿਆਰੇ ਹਨ, ਦੀਨੀ ਪੋਸ਼ਿਸ਼ ਚਾਰੂ ਮਹਾਨੀ, ਜਿਨ੍ਹਾਂ ਨੇ ਕੀਰਤਨ ਕੀਤਾ ਮਹਾਰਾਜ ਜੀ ਨੂੰ, ਉਹਨਾਂ ਨੂੰ ਵੀ ਪੁਸ਼ਾਕਾਂ ਦਿੱਤੀਆਂ ਛੇਵੇਂ ਪਾਤਸ਼ਾਹ ਨੇ। ਉਹਨਾਂ ਨੂੰ ਵੀ ਬੜੇ ਸੋਹਣੇ ਬਸਤਰ ਰਬਾਬੀਆਂ ਨੂੰ, ਕੀਰਤਨੀਆਂ ਨੂੰ ਭੇਟ ਕੀਤੇ। ਰਾਗੀ ਅਪਰ ਰਬਾਬੀ ਸਾਰੇ, ਜਿੰਨੇ ਰਾਗੀ ਸਨ ਜਾਂ ਰਬਾਬੀ ਸਨ, ਸੋ ਪੋਸ਼ਿਸ਼ ਲੈ ਕਰ ਤਨ ਧਾਰੇ। ਉਹਨਾਂ ਨੇ ਉਹ ਸਾਰੀਆਂ ਪੁਸ਼ਾਕਾਂ ਸਭ ਦੀਆਂ ਬਣਾ ਲਈਆਂ ਸਨ, ਪਹਿਲਾਂ ਹੀ ਮਾਪੇ ਲਾਇ ਕੇ ਨਾ ਉਹਨਾਂ ਦਰਜੀਆਂ ਕੋਲੋਂ ਬਣਵਾ ਲਏ ਸਨ। ਬਣਵਾ ਕੇ ਤੇ ਫਿਰ ਉਹ ਬਸਤਰ ਉਹਨਾਂ ਨੂੰ ਦਿੱਤੇ, ਸਭ ਨੇ ਆਪਣੇ ਤਨਾਂ ਤੇ ਸਰੀਰਾਂ ਤੇ ਧਾਰਨ ਕੀਤੇ ਹਨ। ਦਰਬ ਬ੍ਰਿੰਦ ਦੀਨਸ ਤਿਸ ਕਾਲਾ, ਔਰ ਫਿਰ ਮਾਇਆ ਦਾ ਗੱਫਾ ਵੀ ਦਿੱਤਾ ਉਹਨਾਂ ਦੀ ਉਪਜੀਵਕਾ ਵਾਸਤੇ, ਕਿਉਂਕਿ ਉਹਨਾਂ ਦੀ ਉਪਜੀਵਕਾ ਤਾਂ ਇੱਥੋਂ ਹੀ ਚੱਲਣੀ ਹੈ। ਰਾਗੀ ਸਿੱਖਾਂ ਨੂੰ, ਰਬਾਬੀਆਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਮਾਇਆ ਦੇ ਖੁੱਲੇ ਵਰਤਾਰੇ ਵਰਤਾਏ ਹਨ। ਕਰੀ ਜਥਾਵਤ ਰੀਤ ਬਿਸਾਲਾ, ਯਥਾਵਾਤੇ ਸਾਰੀ ਭਲੀ ਮਰਿਆਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਲਾਈ ਹੈ। ਪੁਨ ਪੰਚਾਮ੍ਰਿਤ ਕੋ ਵਰਤਾਇਓ, ਫਿਰ ਪੰਚਾਮ੍ਰਿਤ ਅਰਦਾਸ ਬੇਨਤੀ ਤੋਂ ਬਾਅਦ ਕੜਾ ਪ੍ਰਸ਼ਾਦ ਦੀਆਂ ਦੇਗਾਂ ਜਿਹੜੀਆਂ ਨੇ ਉਹ ਵਰਤਾਈਆਂ ਗਈਆਂ। ਪਾਉ ਸਹਿਤ ਲਈ ਸੰਗਤ ਖਾਇਓ, ਜਿੰਨੀ ਸੰਗਤ ਸੀ ਸਭ ਨੇ ਪ੍ਰੇਮ ਸਹਿਤ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਲਈ ਹੈ ਔਰ ਵਾਹਿਗੁਰੂ ਕਹਿ ਕੇ ਦੇਗ ਛਕੀ ਹੈ। ਇਮ ਸਭ ਕਰ ਕੈ ਚਾਲ ਭਲੇਰੀ, ਇਹ ਭਲੀ ਮਰਜ਼ਾਦਾ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਹੈ, ਚਲਾਈ ਹੈ ਪੰਥ ਵਿੱਚ। ਸਤਿਗੁਰ ਪਿਤਿਤ ਜੋ ਤਬੇਰੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਆਪਣੇ ਪਿਤਾ ਜੀ ਦੇ ਨਮੇਤੇ ਮਰਿਆਦਾ ਕਰਾਈ, ਇਹ ਪੰਥ 'ਚ ਚਲਾਣੀ ਸੀ। ਬੋਰੋ ਬੰਧਨ ਕੋ ਦਸਤਾਰ, ਫਿਰ ਹੁਣ ਦਸਤਾਰ ਬੰਦੀ ਦੀ ਮਰਿਆਦਾ ਹੋਣੀ ਸੀ। ਛੇਵੇਂ ਪਾਤਸ਼ਾਹ ਨੂੰ ਦਸਤਾਰ ਬੰਨੀ ਜਾਣੀ ਸੀ, ਉਹ ਦਸਤਾਰ ਬੰਦੀ ਦੀ ਮਰਿਆਦਾ ਹੋਈ। ਹਿਤ ਉਤਸਵ ਕੇ ਲੀਏ ਹਕਾਰ, ਦਸਤਾਰ ਬੰਦੀ ਦਾ ਦਿਨ ਜਿਹੜਾ ਸੀ ਉਹ ਕੁਝ ਦਿਨ ਬਾਅਦ 'ਚ ਰੱਖਿਆ ਗਿਆ। ਮਹਾਰਾਜ ਜੀ ਦੇ ਸਮਾਗਮ ਕਰਨ ਤੋਂ ਬਾਅਦ ਪੰਜਵੇਂ ਪਾਤਸ਼ਾਹ ਦੇ ਦਸਤਾਰਬੰਦੀ ਦਾ ਸਮਾਗਮ ਵੀ ਜਿਨ੍ਹਾਂ ਦਸਤਾਰਾਂ ਲੈ ਕੇ ਆਉਣੀਆਂ ਉਹ ਅਗਲੇ ਦਿਨ ਸਮਾਗਮ ਰੱਖਿਆ, ਉਤਸਵ ਕੀਤਾ ਗਿਆ ਭਾਰੀ ਖੁਸ਼ੀ ਦਾ। ਮੋਹਰੀ ਆਦਿਕ ਭੱਲੇ ਆਏ, ਦਸਤਾਰ ਲੈ ਕੇ ਕੌਣ ਕੌਣ ਆਏ ਨੇ? ਬੇਦੀਆਂ ਚੋਂ ਆਏ ਹਨ ਤੇ ਬਾਬਾ ਮੋਹਰੀ ਜੀ ਹੋਣੀ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ਼ ਬੰਸ ਚੋਂ ਬਾਬਾ ਦਾਤੂ ਜੀ ਹੋਣੀ, ਏਦਾਂ ਬਾਬਾ ਮੋਹਰੀ ਜੀ ਹੋਣੀ ਭੱਲਿਆਂ ਸਾਹਿਬਜ਼ਾਦਿਆਂ ਵਿੱਚੋਂ ਚੱਲ ਕੇ ਆਏ। ਦਾਤੂ ਅੰਗਦ ਨੰਦ ਸੁਹਾਏ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ਼ ਬੰਸ ਚੋਂ ਸਾਹਿਬਜ਼ਾਦੇ ਆਏ। ਬਹੁਤ ਸੰਗਤ ਕੋ ਲਗਿਓ ਦੀਵਾਨ, ਸੰਗਤ ਦਾ ਬਹੁਤ ਵੱਡਾ ਭਾਰੀ ਦੀਵਾਨ ਸਜਿਆ ਹੈ। ਸੁਨ ਸੁਨ ਸੁਧ ਬੈਠੇ ਵਿਚਿਆਨ, ਜਿਨ੍ਹਾਂ ਨੂੰ ਵੀ ਖਬਰ ਹੋਈ ਸਭ ਸੁਣ ਕੇ ਆਏ। ਸਾਲੋ ਆਦਿਕ ਬ੍ਰਿੰਦ ਮਸੰਦ, ਗੁਰੂ ਘਰ ਦੇ ਮਸੰਦਾਂ ਵਿੱਚੋਂ ਭਾਈ ਸਾਲੋ ਜੀ ਵੀ ਗੁਰੂ ਘਰ ਦੇ ਮਸੰਦ ਸਨ, ਉਹ ਵੀ ਚੱਲ ਕੇ ਆਏ। ਹੋਰ ਵੀ ਬੜੇ ਬੜੇ ਜਿਹੜੇ ਮਸੰਦ ਸੀ ਗੁਰੂ ਘਰ 'ਚ ਸੇਵਾਵਾਂ ਨਿਭਾਉਣ ਵਾਲੇ ਸਭ ਆਏ ਦਸਤਾਰਾਂ ਲੈ ਕੇ। ਚੱਲ ਪਹੁੰਚੇ ਤਬ ਧਨੀ ਬਿਲੰਦ, ਬੜੇ ਬੜੇ ਧਨੀ ਸ਼ਾਹੂਕਾਰ ਜਿਹੜੇ ਗੁਰਸਿੱਖ ਨੇ ਉਹ ਵੀ ਚੱਲ ਕੇ ਪਹੁੰਚੇ ਹਨ। ਪ੍ਰਜਾ ਜਿਤਕਪੁਰ ਬਸਨੇ ਹਾਰੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿੰਨੀ ਪ੍ਰਜਾ ਹੈ ਉੱਥੇ ਰਹਿਣ ਵਾਲੀ ਜਿਤਨੀ ਸੰਗਤ ਹੈ, ਆਏ ਸਬਨ ਅਭਿਬੰਦਨ ਧਾਰੀ। ਉਹਨਾਂ ਸਾਰਿਆਂ ਨੇ ਆ ਕੇ ਗੁਰੂ ਚਰਨਾਂ 'ਚ ਬੰਦਨਾ ਕੀਤੀ, ਮੱਥਾ ਟੇਕਿਆ। ਜਬੋਂ ਸਕੀਲ ਮੇਲ ਵੱਡ ਹੋਆ, ਕਹਿੰਦੇ ਬਹੁਤ ਵੱਡਾ ਸੰਗਤ ਦਾ ਮੇਲ ਹੋਇਆ, ਸੰਗਤ ਦੀ ਇਕੱਤਰਤਾਈ ਹੋਈ, ਬਹੁਤ ਜ਼ਿਆਦਾ ਦੀਵਾਨ ਭਰ ਗਿਆ ਸੰਗਤ ਨਾਲ।
ਪਿਨੇ ਪਿਨ ਮਸੰਦਨ ਜੋਵਾ। ਭਿੰਨ ਭਿੰਨ ਵੱਖੋ ਵੱਖਰੇ ਮਸੰਦ ਇਲਾਕਿਆਂ ਦੇ, ਕੋਈ ਮੁਲਤਾਨ ਦੇ ਇਲਾਕੇ ਦਾ, ਕੋਈ ਲਾਹੌਰ ਦਾ ਹੈ, ਉਹ ਸਭ ਆਏ ਨੇ ਸੰਗਤ ਨੂੰ ਨਾਲ ਲੈ ਕੇ। ਸੇਲੀ ਮਾਲਾ ਮੰਜੀ ਲਿਆਏ। ਹੁਣ ਖਾਲਸਾ ਜੀ ਪਹਿਲੇ ਪੰਜਵੇਂ ਪਾਤਸ਼ਾਹ ਤਾਈਂ ਇਹ ਮਰਿਆਦਾ ਰਹੀ ਹੈ ਕਿ ਜਦੋਂ ਸਤਿਗੁਰੂ ਗੁਰਤਾ ਗੱਦੀ ਤੇ ਬੈਠਦੇ ਤੇ ਮਸੰਦ ਜਿਹੜੇ ਸੀ ਉਹ ਸੇਲੀ ਟੋਪੀ ਤੇ ਮੰਜੀ ਲੈ ਕੇ ਆਉਂਦੇ। ਤੋ ਇਹ ਮਸੰਦ ਜਿਹੜੇ ਸਨ ਉਸੇ ਮਰਿਆਦਾ ਨਾਲ ਸੇਲੀ ਉੱਨ ਦੀ ਮਾਲਾ ਹੁੰਦੀ ਬਣੀ ਤੇ ਸੀਸ ਦੇ ਉੱਤੇ ਪਾਉਣ ਵਾਲੀ ਇੱਕ ਉੱਚੀ ਜੀ ਕੁਲਹਿ ਹੁੰਦੀ, ਉਹਨੂੰ ਟੋਪੀ ਕਹਿ ਦਿੰਦੇ ਕੁਲਹਿ ਨੂੰ। ਉਹ ਵੀ ਧਾਗੇ ਦੀ ਬਣੀ ਹੁੰਦੀ, ਬੜੀ ਸੁੰਦਰ ਉੱਚੀ। ਉਦਾਸੀ ਸੰਪਰਦਾਇ ਵਿੱਚ ਬਹੁਤ ਸਾਰੇ ਮਹਾਂਪੁਰਖ ਉਹੋ ਜੀ ਉਹ ਸੀਸ ਤੇ ਧਾਰਨ ਕਰਦੇ ਰਹੇ ਹੈ। ਤੋ ਸੇਲੀ ਤੇ ਟੋਪੀ ਲੈ ਕੇ ਤੇ ਨਾਲ ਇੱਕ ਮੰਜੀ ਲੈ ਕੇ ਮਸੰਦ ਜਿਵੇਂ ਪਹਿਲਾਂ ਮਰਿਆਦਾ ਚਲਦੀ ਆਉਂਦੀ ਸੀ ਉਹਦੇ ਤਹਿਤ ਹੀ ਲੈ ਕੇ ਹਾਜ਼ਰ ਹੋਏ ਛੇਵੇਂ ਪਾਤਸ਼ਾਹ ਕੋਲ। ਆਗੇ ਧਰੀ ਗੁਰੂ ਕੇ ਆਏ। ਟੋਪੀ ਤੇ ਮੰਜੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਸਾਨਮੁਖ ਲਿਆ ਕੇ ਰੱਖੀ ਮਸੰਦਾਂ ਨੇ। ਸਭ ਕੇ ਲਗੇ ਬਿਲੋਚਨ ਐਸੇ। ਸਭ ਦੀ ਨਿਗਾਹ ਉੱਥੇ ਲੱਗੀ ਹੋਈ, ਜਿੰਨੀ ਸੰਗਤ ਬੈਠੀ ਹੈ ਸਭ ਵੇਖ ਰਹੇ ਨੇ। ਚੰਦ ਚਕੋਰੈ ਚਿਤਵਤ ਜੈਸੇ। ਛੇਵੇਂ ਪਾਤਸ਼ਾਹ ਵੱਲ ਸਭ ਏਦਾਂ ਵੇਖ ਰਹੇ ਨੇ ਜਿਵੇਂ ਚੰਨ ਨੂੰ ਚਕੋਰ ਵੇਖਦੀ ਹੁੰਦੀ, ਇੱਕ ਟਕੀ ਲਾ ਕੇ। ਸ਼੍ਰੀ ਹਰਿਗੋਬਿੰਦ ਚੰਦ ਅਨੰਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਚੰਦਰਮਾਵਤ ਦਰਸ਼ਨ ਦੇ ਰਹੇ ਨੇ, ਸਿੱਖ ਚਕੋਰਾਂ ਬਣੇ ਹੋਏ ਨੇ। ਤਿਨ ਪਿਕ ਮੁਸਕਾਵਤ ਮੰਦ ਮੰਦੇ। ਸੰਗਤ ਵੱਲ ਵੇਖਦੇ ਤੇ ਸਤਿਗੁਰੂ ਮੁਸਕਰਾਉਂਦੇ ਨੇ, ਜਿਹਦੇ ਵੱਲ ਵੇਖ ਕੇ ਮੁਸਕਰਾਉਂਦੇ ਉਹਨੂੰ ਖੁਸ਼ੀਆਂ ਹੀ ਬਖਸ਼ ਦਿੰਦੇ। ਇਹ ਉਹ ਨਦਰ ਹੈ ਜਿਹਦੇ ਵਿੱਚ ਮਹਾਰਾਜ ਜੀ ਨੇ ਬਚਨ ਕਹੇ ਆ ਨਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਉਹ ਨਦਰ ਕਰਦੇ ਤੇ ਖੁਸ਼ੀਆਂ ਬਖਸ਼ ਦਿੰਦੇ ਹਨ। ਬੁੱਢਾ ਸਨਮੁਖ ਥਿਰਿਓ ਨਿਹਾਰਾ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਸਨਮੁਖ ਖੜੇ ਨੇ, ਮਹਾਰਾਜ ਜੀ ਦੇ ਵੇਖ ਰਹੇ ਨੇ। ਸਭ ਸੁਨਾਏ ਤੈਂ ਸੰਗ ਉਚਾਰਾ। ਸਾਰੀ ਸੰਗਤ ਨੂੰ ਸੁਣਾਉਂਦਿਆਂ ਬੋਲੇ, ਇਹ ਮਸੰਦ ਅਬ ਕਿਆ ਲੈ ਆਏ। ਇਹ ਮਸੰਦ ਹੁਣ ਕੀ ਲੈ ਕੇ ਹਾਜ਼ਰ ਹੋਏ ਨੇ, ਕੀ ਲੈ ਕੇ ਆਏ ਨੇ। ਅਜੋ ਨ ਜਾਣੇ ਸਹਿਜ ਸੁਭਾਏ। ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਇਹਨਾਂ ਨੂੰ ਹਾਲੇ ਵੀ ਨਹੀਂ ਪਤਾ ਲੱਗਾ, ਇਹਨਾਂ ਨੇ ਹਾਲੇ ਵੀ ਨਹੀਂ ਜਾਣਿਆ। ਅਬ ਇਨ ਧਾਰਨ ਨੇ ਅਧਿਕਾਰਾ। ਹੁਣ ਸੇਲੀ ਤੇ ਟੋਪੀ ਧਾਰਨ ਦਾ ਹੁਣ ਅਧਿਕਾਰ ਨਹੀਂ ਹੈ। ਹੁਣ ਇਹ ਮਾਲਾ ਤੇ ਟੋਪੀ ਪਾਣ ਦਾ ਸਮਾਂ ਨਹੀਂ ਹੈ। ਸ਼ਾਂਤ ਸਰੂਪ ਜਥਾ ਗੁਰ ਧਾਰਾ। ਜਿਵੇਂ ਪਹਿਲੇ ਪੰਜ ਜਾਮਿਆਂ 'ਚ ਸਤਿਗੁਰੂ ਜੀ ਸ਼ਾਂਤ ਰੂਪ 'ਚ ਵਰਤੇ ਹਨ, ਤੁਰਕ ਰਾਜ ਪਏ ਦੁਸ਼ਟ ਵਿਸਾਲੇ। ਹੁਣ ਉਹ ਸ਼ਾਂਤ ਰੂਪ ਧਾਰਨਾ ਯੋਗ ਨਹੀਂ ਹੈ। ਹੁਣ ਤਾਂ ਤੁਰਕਾਂ ਦਾ, ਮਲੇਛਾਂ ਦਾ ਜੋ ਜਰਵਾਣੇ ਬਣ ਕੇ ਜ਼ੁਲਮ ਕਰ ਰਹੇ ਨੇ। ਕਿਆ ਕੀਨੋ ਸਤਿਗੁਰ ਪਿਤ ਨਾਲੇ। ਦੇਖੋ ਨਾ ਮਲੇਛਾਂ ਨੇ ਕੀ ਨਹੀਂ ਕੀਤਾ ਸਤਿਗੁਰਾਂ ਨਾਲ। ਕੱਲਾ ਚੰਦੂ ਦੋਸ਼ੀ ਨਹੀਂ ਹੈ, ਜਿਹਦੇ ਰਾਜ ਵਿੱਚ ਇਹ ਸਭ ਕੁਝ ਹੋਇਆ ਉਹ ਵੀ ਦੋਸ਼ੀ ਹੈ। ਲਿਓ ਚਾਹੇ ਪਲਟਾ ਤਤਕਾਲਾ। ਅਸੀਂ ਤਾਂ ਤਤਕਾਲ ਹੁਣੇ ਹੀ ਪਲਟਾ ਲੈਣਾ ਚਾਹੁੰਦੇ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ। ਬਿਨਾ ਸ਼ਸਤਰ ਕਿਉਂ ਕਰਮ ਕਰਾਲਾ। ਤੇ ਬਾਬਾ ਜੀ ਇਹ ਜਿਹੜੇ ਪਲਟੇ ਲੈਣੇ ਹੁੰਦੇ ਐ ਇਹ ਸ਼ਸਤਰਾਂ ਤੋਂ ਬਿਨਾਂ ਥੋੜੀ ਲਏ ਜਾਂਦੇ ਐ। ਇਹ ਸ਼ਸਤਰਾਂ ਤੋਂ ਬਿਨਾਂ ਕਿਵੇਂ ਲਏ ਜਾ ਸਕਦੇ ਨੇ। ਸੰਤਨ ਕੇਰ ਵਿਰੋਧੀ ਮਾਰੋ। ਔਰ ਜਿਹੜੇ ਗੁਰੂ ਘਰ ਦੇ ਵਿਰੋਧੀ ਨੇ, ਸੰਤ ਜਨਾਂ ਦੇ ਵਿਰੋਧੀ ਨੇ, ਉਹਨਾਂ ਨੂੰ ਮਾਰਨ ਲਈ, ਉਹਨਾਂ ਜਰਵਾਣਿਆਂ ਨੂੰ ਭਖਿਆ ਕਰਨ ਵਾਸਤੇ ਸ਼ਸਤਰ ਧਾਰਨੇ ਜ਼ਰੂਰੀ ਨੇ। ਗਹੋਂ ਸ਼ਸਤਰ ਨੈ ਮਾਲਾ ਧਾਰੋ। ਬਾਬਾ ਜੀ ਹੁਣ ਅਸੀਂ ਮਾਲਾ ਨਹੀਂ ਰੱਖਣੀ, ਹੁਣ ਤਾਂ ਅਸੀਂ ਤਲਵਾਰ ਫੜਨੀ ਹੈ, ਹੁਣ ਤਾਂ ਅਸੀਂ ਸ਼ਸਤਰ ਧਾਰਨ ਕਰਨੇ ਹਨ। ਪ੍ਰਥਮ ਹੋਤੇ ਛਤਰੀ ਮੈਂ ਪਾਲਾ। ਪਹਿਲਾਂ ਜਿਹੜੇ ਛਤਰੀ ਸੀ ਭਾਰਤ ਖੰਡ ਦੇ ਵੱਡੇ ਵੱਡੇ ਰਾਜੇ ਸਨ ਛਤਰੀ। ਆਯੁਧ ਕੋ ਅਭਿਆਸ ਵਿਸਾਲਾ। ਉਹ ਸ਼ਸਤਰਾਂ ਦਾ ਅਭਿਆਸ ਕਰਦੇ ਸੀ, ਸ਼ਸਤਰ ਧਾਰੀ ਸਨ, ਸ਼ਸਤਰ ਪਕੜਦੇ ਸਨ। ਤਜਿਓ ਜਬੇ ਸ਼ਸਤਰਨ ਅਭਿਆਸ। ਉਹਨਾਂ ਛਤਰੀਆਂ ਨੇ ਸ਼ਸਤਰ ਛੱਡ ਦਿੱਤੇ, ਸ਼ਸਤਰਾਂ ਦਾ ਅਭਿਆਸ ਛੱਡ ਦਿੱਤਾ, ਤੱਕੜੀਆਂ ਫੜ ਲਈਆਂ ਔਰ ਦੁਕਾਨਦਾਰੀਆਂ, ਵਪਾਰੀ ਇਦਾਂ ਦੀਆਂ ਕਿਰਤਾਂ ਕਰਨ ਲੱਗ ਪਏ। ਲੀਨੋ ਤੁਰਕ ਰਾਜ ਨਿਜ ਪਾਸ। ਔਰ ਤੁਰਕਾਂ ਨੇ ਰਾਜ ਖੋਹ ਲਿਆ ਜਦੋਂ ਛਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ ਲੜਨ ਭਿੜਨ ਦਾ।
ਤੇ ਤੁਰਕਾਂ ਨੇ ਮਲੇਛਾਂ ਨੇ ਆ ਕੇ ਰਾਜ ਖੋਹ ਲਿਆ ਇਹਨਾਂ ਕੋਲੋਂ। ਦੇਸ਼ ਵਿਦੇਸ਼ ਜੀਤ ਕਰ ਲੀਨੇ ਔਰ ਇਹਨਾਂ ਤੁਰਕਾਂ ਨੇ ਸਾਰੇ ਦੇਸ਼ ਵਿਦੇਸ਼ ਜਿੰਨੇ ਭਾਰਤ ਖੰਡ ਦੇ ਹਿੱਸੇ ਸਨ ਜਿੱਤ ਲਏ। ਸ਼ਸਤਰਨ ਬਲ ਨੇ ਅਟਕਨ ਦੀਨੇ ਇਹਨਾਂ ਕੋਲ ਸ਼ਸਤਰ ਸੀ, ਇਹਨਾਂ ਨੇ ਆਪਣੇ ਸ਼ਸਤਰਾਂ ਦੇ ਬਲ ਨਾਲ ਕਿਸੇ ਨੂੰ ਆਪਣੇ ਸਾਹਮਣੇ ਅੜਨ ਹੀ ਨਹੀਂ ਦਿੱਤਾ, ਕਿਉਂਕਿ ਕਿਸੇ ਛਤਰੀ ਨੇ ਸ਼ਸਤਰ ਧਾਰਨ ਕਰਕੇ ਇਹਨਾਂ ਦੇ ਸਾਹਮਣੇ ਖਲਾਉਣ ਦਾ ਹੌਸਲਾ ਨਹੀਂ ਕੀਤਾ। ਅਬ ਨਿਜ ਸਿੱਖਨ ਸ਼ਸਤਰ ਗਹਾਵੇ ਮਹਾਰਾਜ ਜੀ ਕਹਿੰਦੇ ਬਾਬਾ ਜੀ ਹੁਣ ਅਸੀਂ ਆਪਣੇ ਸਿੱਖਾਂ ਨੂੰ ਵੀ ਸ਼ਸਤਰ ਧਾਰਨ ਕਰਾਉਣੇ ਆ, ਹੁਣ ਅਸੀਂ ਆਪਣੇ ਸਿੱਖਾਂ ਨੂੰ ਵੀ ਸ਼ਸਤਰ ਪਵਾਉਣੇ ਹਨ। ਵਿਦਿਆ ਕਰ ਅਭਿਆਸੇ ਪਾਵੇ ਔਰ ਸਾਡੇ ਸਿੱਖ ਜਿੱਥੇ ਸ਼ਸਤਰ ਧਾਰਨਗੇ ਉੱਥੇ ਸ਼ਸਤਰ ਚਲਾਉਣ ਦੀ ਵਿਦਿਆ ਵੀ ਕਮਾਉਣਗੇ। ਸ਼ਸਤਰ ਧਾਰਨ ਕਰਨ ਦਾ ਮਤਲਬ ਇੱਥੇ ਤਾਂ ਨਹੀਂ ਡਿਊਟੀ ਖਤਮ ਹੋ ਜਾਂਦੀ, ਸ਼ਸਤਰ ਚਲਾਉਣੇ ਵੀ ਆਉਣੇ ਚਾਹੀਦੇ ਆ। ਇੱਥੇ ਤਾਂ ਸਾਡੇ ਸਿੱਖਾਂ ਦੇ ਮੁੰਡਿਆਂ ਨੂੰ ਤਲਵਾਰਾਂ ਨਹੀਂ ਫੜਨੀਆਂ ਆਉਂਦੀਆਂ, ਵਿਆਹ ਵਾਲੇ ਦਿਨ ਫੜਦੇ ਉਹ ਵੀ ਪੁੱਠੀ ਸਿੱਧੀ ਜੀ ਫੜਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਸਤਰ ਵੀ ਫੜਾਉਣੇ ਆ ਤੇ ਸ਼ਸਤਰ ਚਲਾਉਣ ਦਾ ਅਭਿਆਸ ਵੀ ਕਰਾਉਣਾ ਸਿੱਖਾਂ ਨੂੰ, ਵੀ ਇਹ ਸ਼ਸਤਰਧਾਰੀ ਹੋ ਕੇ ਸ਼ਸਤਰਾਂ ਦਾ ਅਭਿਆਸ ਕਰਨ। ਸੰਗਰ ਘੋਰ ਕਰੇ ਅਰ ਕਾਵੇ ਔਰ ਘੋਰ ਸੰਘਰ ਕਰਕੇ ਜੰਗ ਕਰਕੇ ਵੈਰੀਆਂ ਨੂੰ ਜੰਗ ਦੇ ਮੈਦਾਨ 'ਚ ਘਾਵੇਂ ਕਹੀਏ ਨਾਸ਼ ਕਰਨਾ ਹੈ। ਗੁਰ ਸਹਾਈ ਬੜ ਰਾਜ ਕਮਾਵੇ ਜਿਹੜੇ ਸ਼ਸਤਰਧਾਰੀ ਹੋ ਕੇ ਜੂਝਣਗੇ ਦੁਸ਼ਮਣਾਂ ਨੂੰ ਮਾਰਨਗੇ ਰਣ ਭੂਮੀ 'ਚ, ਉਹਨਾਂ ਦੀ ਗੁਰੂ ਸਾਹਿਬ ਸਹਾਇਤਾ ਕਰਨਗੇ, ਉਹਨਾਂ ਨੂੰ ਰਾਜ ਭਾਗ ਪ੍ਰਾਪਤ ਹੋਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਖਤ ਸਾਹਿਬਾਨਾਂ ਦੇ ਦਰਸ਼ਨ ਕਰਦੇ ਹੋ ਆਪ ਜੀ, ਸ਼ਸਤਰਾਂ ਨੂੰ ਉੱਚੇ ਥਾਂ ਤੇ ਥੜੇ ਤੇ ਪ੍ਰਕਾਸ਼ ਕਰਕੇ ਪੀੜੇ ਤੇ ਥੱਲੇ ਨੀਵੇਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਕਰਦੇ ਹੋ ਦਰਸ਼ਨ। ਸ਼੍ਰੀ ਅਕਾਲ ਤਖਤ ਸਾਹਿਬ, ਕੇਸਗੜ੍ਹ ਸਾਹਿਬ, ਹਜੂਰ ਸਾਹਿਬ, ਪਟਨਾ ਸਾਹਿਬ, ਸਾਰੇ ਸਥਾਨਾਂ ਤੇ, ਕਿਉਂਕਿ ਸ਼ਸਤਰ ਵੀ ਸਾਡੇ ਪੀਰ ਨੇ, ਵੀ ਸਾਡੇ ਗੁਰੂ ਨੇ। ਇਹ ਸ਼ਸਤਰ ਵੀ ਸਾਡੇ ਪੀਰ ਨੇ, ਗੁਰੂ ਦੇ ਤੁਲ ਦਾ ਰੁਤਬਾ ਹੈ ਇਹਨਾਂ ਸ਼ਸਤਰਾਂ ਦਾ। ਅਰਦਾਸ ਵਿੱਚ ਰੋਜ਼ਾਨਾ ਅਸੀਂ ਕਹਿੰਦੇ ਆ ਸ਼੍ਰੀ ਸਾਹਿਬ ਜੀ ਸਹਾਏ, ਜਿੱਥੇ ਨਾਲ ਕਹਿੰਦੇ ਆ ਨਾ ਸਭ ਥਾਈ ਹੋਏ ਸਹਾਏ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਸਹਾਏ, ਉੱਥੇ ਰੋਜ਼ਾਨਾ ਪੜ੍ਹਦੇ ਆ ਸ਼੍ਰੀ ਸਾਹਿਬ ਜੀ ਸਹਾਏ, ਕਿ ਸ਼੍ਰੀ ਸਾਹਿਬ ਵੀ ਸਾਡੀ ਸਹਾਇਤਾ ਕਰਦੀ ਹੈ, ਇਹ ਵੀ ਸਾਡੀ ਸਹਾਇਕ ਹੈ। ਗੁਰੂ ਕੋਲ ਵੀ ਦੋ ਦਾਤਾਂ ਨੇ, ਭੋਗ ਤੇ ਮੋਖ, ਲੋਕ ਤੇ ਪਰਲੋਕ ਦਾ ਸੁੱਖ, ਗੁਰੂ ਕੋਲ ਦੋਵੇਂ ਨੇ ਨਾ। ਤੇ ਖਾਲਸਾ ਜੀ ਜਿਹੜੀ ਇਹ ਸ਼੍ਰੀ ਸਾਹਿਬ ਹੈ, ਇਹਦੇ ਕੋਲ ਵੀ ਦੋਵੇਂ ਸੁੱਖ ਨੇ, ਲੋਕ ਦਾ ਵੀ ਤੇ ਪਰਲੋਕ ਦਾ, ਭੋਗ ਵੀ ਤੇ ਮੋਖ। ਲੋਕ ਦਾ ਸੁੱਖ ਭੋਗ ਨੇ, ਪਰਲੋਕ ਦਾ ਸੁੱਖ ਮੋਖ ਹੈ। ਤੁਸੀਂ ਆਖੋਗੇ ਕਿਵੇਂ? ਸ਼੍ਰੀ ਸਾਹਿਬ ਦੇ ਕੋਲੇ ਦੋਵੇਂ ਕਿਵੇਂ ਆ? ਜੰਗ ਦੇ ਮੈਦਾਨ ਵਿੱਚ ਜੇ ਇਹ ਸ਼੍ਰੀ ਸਾਹਿਬ ਦੁਸ਼ਮਣ ਦੇ ਹੱਥ ਵਿੱਚ ਹੈ ਤੇ ਸਾਡੇ ਤਨ ਤੇ ਲੱਗ ਕੇ ਅਸੀਂ ਸ਼ਹੀਦੀ ਪਾ ਜਾਈਏ ਤਾਂ ਫਿਰ ਮੋਕਸ਼ ਹੈ, ਮੁਕਤੀ ਹੈ। ਤੇ ਜੇ ਸਾਡੇ ਹੱਥ ਵਿੱਚ ਹੈ ਤੇ ਜੰਗ ਦੇ ਮੈਦਾਨ 'ਚ ਧਰਮ ਯੁੱਧ ਲੜਦੇ ਆ, ਵੈਰੀ ਨੂੰ ਮਾਰ ਕੇ ਜੰਗ ਜਿੱਤ ਲੈਨੇ ਆ, ਤੇ ਫਿਰ ਸਾਨੂੰ ਮੋਖ ਤੇ ਨਾਲ ਭੋਗ ਵੀ ਇਹ ਸੰਸਾਰ ਦਾ ਰਾਜ ਭਾਗ ਸੰਪਦਾ ਪ੍ਰਾਪਤ ਹੁੰਦੀ ਹੈ। ਇਹ ਗੁਰੂ ਖਾਲਸਾ ਜੀ ਦੋਵੇਂ ਸੁੱਖ ਦਿੰਦੀ ਹੈ ਸ਼੍ਰੀ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਸ਼੍ਰੀ ਸਾਹਿਬ, ਇਹ ਸ਼ਸਤਰ ਮੈਂ ਆਪਣੇ ਸਿੱਖਾਂ ਨੂੰ ਧਾਰਨ ਕਰਾਉਣੇ ਆ। ਇਹ ਸ਼੍ਰੀ ਸਾਹਿਬ ਸਿੱਖ ਦੀ ਸਦਾ ਦੀ ਸਾਥਣ ਹੈ। ਅੰਮ੍ਰਿਤ ਛਕਣ ਵੇਲੇ ਗੁਰਸਿੱਖ ਇਹਨੂੰ ਗਾਤਰੇ ਧਾਰਨ ਕਰਦਾ, ਜਦੋਂ ਅੰਗੀਠੇ ਤੇ ਸੜ ਮੁੰਦਾ ਤੇ ਸਵਾਹ ਹੋ ਜਾਂਦੀ ਇਹਦੀ ਸਰੀਰ ਦੀ ਰਾਖ, ਉਦੋਂ ਵੀ ਸ਼੍ਰੀ ਸਾਹਿਬ ਇਹਦੇ ਤਨ ਦੇ ਨਾਲ ਸੜਦੀ ਹੈ, ਸਦਾ ਦੀ ਸਾਥਣ ਹੈ। ਤੋ ਇਹ ਸ਼੍ਰੀ ਸਾਹਿਬ ਮਹਾਰਾਜ ਜੀ ਕਹਿੰਦੇ ਸ਼ਸਤਰ ਧਾਰਨ ਕਰਾਉਣੇ ਆਪਣੇ ਸਿੱਖਾਂ ਨੂੰ, ਫਿਰ ਇਹਦਾ ਅਭਿਆਸ ਕਰਾਉਣਾ, ਤੇ ਜਿਹੜਾ ਅਭਿਆਸ ਕਰਕੇ ਘੋਰ ਸੰਘਰਸ਼ 'ਚ ਲੜਨਗੇ ਉਹਨਾਂ ਦੀ ਗੁਰੂ ਸਹਾਇਤਾ ਕਰੇਗਾ, ਉਹਨਾਂ ਨੂੰ ਵੱਡੇ ਰਾਜ ਭਾਗ ਪ੍ਰਾਪਤ ਹੋਣਗੇ। ਤੇ ਹੋਏ ਵੀ ਖਾਲਸੇ ਨੂੰ, ਕਿੰਨਾ ਚਿਰ ਖਾਲਸੇ ਨੇ ਜੰਗ ਯੁੱਧ ਲੜੇ ਸ਼੍ਰੀ ਸਾਹਿਬ ਲੈ ਕੇ, ਤਲਵਾਰਾਂ ਲੈ ਕੇ, ਸ਼ਸਤਰ ਅਸਤਰ ਲੈ ਕੇ, ਅਖੀਰ ਨੂੰ ਖਾਲਸੇ ਦਾ ਰਾਜ ਸਥਾਪਿਤ ਹੋਇਆ, ਸ਼ਸਤਰ ਦੇ ਬਲ ਨਾਲ ਹੋਇਆ। ਕਿਉਂਕਿ ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ, ਬਿਨਾ ਸ਼ਸਤਰ ਬੰਦੇ ਨਰੰਗ ਭੇਟ ਜਾਨੋ, ਗਹਿ ਕਾਨ ਤਾਕੋ ਕਿਤੈ ਲੈ ਸਿਧਾਨੋ। ਇਹ ਸ਼ਸਤਰਧਾਰੀ ਸੂਰਮਿਆਂ ਦੀ ਬਿਰਤੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਜਿਸ ਦਿਨ ਮੀਰੀ ਪੀਰੀ ਦੀਆਂ ਤਲਵਾਰਾਂ ਅੱਜ ਧਾਰਨ ਕਰਨੀਆਂ ਨੇ, ਉਸ ਦਿਨ ਆਪਣੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਵਾਉਣ ਦਾ ਹੁਕਮ ਕਰ ਰਹੇ ਹਨ।
ਸੁਨ ਬੋਲਿਓ ਬੁੱਢਾ ਕਰ ਜੋਰ। ਜਦੋਂ ਛੇਵੇਂ ਪਾਤਸ਼ਾਹ ਨੇ ਬਚਨ ਕਹੇ ਸੁਣ ਕੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਬੋਲੇ, ਗੁਰ ਮਰਜੀ ਬਿਨ ਬਨੇ ਨਾ ਹੋਰ। ਕਹਿਣ ਲੱਗੇ ਸਤਿਗੁਰੂ ਤੁਹਾਡੀ ਮਰਜ਼ੀ ਬਿਨਾ ਨਹੀਂ ਕੁਝ ਹੋਰ ਹੋ ਸਕਦਾ, ਸਭ ਕੁਝ ਤੁਹਾਡੀ ਮਰਜ਼ੀ 'ਚ ਵਰਤਦਾ ਹੈ। ਪੰਜ ਗੁਰੂ ਆਗੇ ਜਗ ਪਏ। ਮਹਾਰਾਜ ਇਹ ਮਸੰਦ ਤਾਂ ਉਹੀ ਕਰਦੇ ਆ ਜੋ ਪਹਿਲੇ ਪੰਜ ਗੁਰੂ ਸਹਿਬਾਨਾਂ ਦੇ ਸਮੇਂ ਵਰਤਿਆ। ਜਥਾ ਰੀਤ ਪੂਰਬ ਨਿਰਮਏ। ਜਿਵੇਂ ਪਹਿਲੇ ਸਮੇਂ ਵਿੱਚ ਮਰਿਆਦਾ ਚਲਦੀ ਆਈ ਆ ਸੇਲੀ ਟੋਪੀ ਦੀ, ਉਸੇ ਤਰ੍ਹਾਂ ਇਹਨਾਂ ਨੇ ਹੁਣ ਚਲਾਈ ਹੈ। ਤਥਾ ਮਸੰਦ ਆਪ ਟਿਗ ਲਿਆਏ। ਮਹਾਰਾਜ ਉਸੇ ਤਰ੍ਹਾਂ ਇਹ ਮਸੰਦ ਸੇਲੀ ਤੇ ਟੋਪੀ ਆਪ ਜੀ ਤਾਂ ਹੀ ਲੈ ਕੇ ਆਏ ਹਨ। ਕਰੋ ਆਪ ਜੈਸੇ ਮਨ ਭਾਏ। ਹੁਣ ਮਹਾਰਾਜ ਹੁਣ ਵੀ ਉਹ ਪਹਿਲਾਂ ਤੁਹਾਡੀ ਮਰਜ਼ੀ ਵਰਤਦੀ ਰਹੀ, ਹੁਣ ਵੀ ਤੁਹਾਡੀ ਵਰਤਣੀ ਹੈ। ਜਿਵੇਂ ਆਪ ਜੀ ਦੇ ਮਨ ਨੂੰ ਭਾਵੇ ਆਪ ਜੀ ਉਸੇ ਤਰ੍ਹਾਂ ਕਰੋ। ਨਈ ਰੀਤ ਜੇ ਕਰੋ ਚਲਾਵਨ। ਜੇ ਮਹਾਰਾਜ ਗੁਰੂ ਘਰ ਵਿੱਚ ਆਪ ਜੀ ਸ਼ਸਤਰਧਾਰੀ ਹੋਣ ਦੀ ਇਹ ਨਵੀਂ ਰੀਤ ਚਲਾਣਾ ਚਾਹੁੰਦੇ ਹੋ, ਕਰੋ ਸ਼ਸਤਰ ਗਨ ਦੁਸ਼ਟਨ ਕਾਵਨ। ਤੇ ਮਹਾਰਾਜ ਜੀ ਆਪ ਜੀ ਧਾਰਨ ਕਰੋ, ਚਲਾਓ ਸਦਕੇ ਆਪ ਜੀ ਤੋਂ ਮਹਾਰਾਜ ਤੁਸੀਂ ਚਲਾਉਣੀ ਹੈ। ਪਹਿਲਾਂ ਵੀ ਤੁਸੀਂ ਚਲਾਈਆਂ ਨੇ, ਹੁਣ ਵੀ ਤੁਸੀਂ ਚਲਾਉਣੀ ਹੈ ਰੀਤੀ। ਸ਼ਸਤਰ ਧਾਰਨ ਕਰਕੇ ਰਣ ਭੂਮੀ 'ਚ ਦੁਸ਼ਮਣਾਂ ਦਾ ਦੁਸ਼ਟਾਂ ਦਾ ਨਾਸ ਕਰੋ। ਜਿਮਰਾਵਰ ਕੀ ਮਰਜ਼ੀ ਹੋਏ। ਮਹਾਰਾਜ ਜਿਵੇਂ ਆਪ ਜੀ ਦੀ ਮਰਜ਼ੀ ਹੋਵੇ, ਜਿਵੇਂ ਆਪ ਜੀ ਦੀ ਇੱਛਾ ਹੋਵੇ ਤਿਵੇਂ ਵਰਤੋ। ਮਾਨੇ ਤਿਮਨੀ ਕੀ ਸਭ ਕੋਏ। ਮਹਾਰਾਜ ਸਾਡਾ ਕਰਤੱਵ ਤਾਂ ਇਹ ਹੈ ਜਿਵੇਂ ਆਪ ਜੀ ਦੀ ਮਰਜ਼ੀ ਅਸੀਂ ਤਿਵੇਂ ਮੰਨਾਂਗੇ, ਅਸੀਂ ਉਸੇ ਤਰ੍ਹਾਂ ਪਾਲਾਂਗੇ ਮਰਿਆਦਾ। ਸੁਨ ਬ੍ਰਿਧ ਤੇ ਸਤ ਗੁਰ ਮੁਸਕਾਏ। ਬਾਬਾ ਬੁੱਢਾ ਸਾਹਿਬ ਜੀ ਕੋਲੋਂ ਇਹ ਬਚਨ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਮੁਸਕਰਾਏ ਹਨ। ਸੇਲੀ ਮਾਲ ਮਸੰਦ ਜੁਲਿਆਏ। ਜਿਹੜੀ ਸੇਲੀ ਤੇ ਟੋਪੀ ਉਹ ਮਾਲਾ ਲੈ ਕੇ ਆਏ ਸਨ ਮਸੰਦ, ਦ્વੈ ਕਰ ਬੰਦ ਬੰਦ ਨਾ ਕਰੀ। ਗੁਰਦੇਵ ਨੇ ਦੋਵੇਂ ਲੈ ਕੇ ਹੱਥਾਂ ਵਿੱਚ ਦੋਨਾਂ ਨੂੰ ਨਮਸਕਾਰ ਕੀਤੀ। ਕਯੋ ਕੋਸ਼ ਮੈਂ ਦਿਓ ਇਨ ਤਰੀ। ਆਖਿਆ ਇਹ ਖਜ਼ਾਨੇ 'ਚ ਰੱਖ ਦਿਓ। ਸੇਲੀ ਟੋਪੀ ਨੂੰ ਮੱਥਾ ਟੇਕਿਆ, ਮੱਥਾ ਟੇਕ ਕੇ ਹੁਕਮ ਕੀਤਾ ਵੀ ਇਹ ਖਜ਼ਾਨੇ 'ਚ ਸਾਂਭ ਦਿਓ। ਕੋਸ਼ਪ ਹੁਕਮ ਮਾਨ ਗੁਰ ਕੇਰਾ। ਖਜ਼ਾਨਚੀ ਨੇ ਜਿਹੜਾ ਮਹਾਰਾਜ ਜੀ ਦੇ ਖਜ਼ਾਨੇ ਦੀ ਸੇਵਾ ਸੰਭਾਲਦਾ ਸੀ, ਉਹਨੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਆਗੇ ਤੇ ਉਠਾਏ ਤਿਸ ਬੇਰਾ। ਸਤਿਗੁਰੂ ਜੀ ਦੇ ਕੋਲੋਂ ਸੇਲੀ ਟੋਪੀ ਚੁੱਕੀ ਹੈ। ਤੋਸ਼ੇ ਖਾਨੇ ਮੈਂ ਤਬ ਤਰੀ। ਜੋ ਗੁਰੂ ਘਰ ਦਾ ਤੋਸ਼ੇ ਖਾਨਾ ਹੈ, ਤੋਸ਼ੇ ਖਾਨੇ ਵਿੱਚ ਜਾ ਕੇ ਸਾਂਭ ਦਿੱਤਾ ਇਹ ਸਾਰਾ ਕੁਝ। ਉਠ ਅਰਦਾਸ ਬ੍ਰਿਧ ਪੁਨ ਕਰੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਦਸਤਾਰਬੰਦੀ ਦੀ। ਪਾਂਚੋਂ ਸਤਗੁਰ ਕੀਲੇ ਨਾਮ। ਪਹਿਲੇ ਪੰਜ ਸਤਿਗੁਰੂ ਸਹਿਬਾਨਾਂ ਦੇ ਨਾਮ ਲੈ ਕੇ ਵੱਡਿਆਂ ਸਤਿਗੁਰਾਂ ਦੇ ਅਰਦਾਸ ਕੀਤੀ। ਪਾਗ ਲੀਨ ਕਰ ਮੈਂ ਅਬਿਰਾਮ। ਸਭ ਤੋਂ ਪਹਿਲੀ ਪੱਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਹੁੰਦੀ ਸੀ। ਗੁਰੂ ਘਰ ਦੇ ਵਿੱਚ ਹੁਣ ਵੀ ਇਹ ਮਰਜ਼ਾਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਵੱਲੋਂ ਜਿਹੜੇ ਮੁੱਖ ਗ੍ਰੰਥੀ ਹੁੰਦੇ ਐ, ਉਹਨਾਂ ਵੱਲੋਂ ਦਸਤਾਰਬੰਦੀ ਹੁੰਦੀ ਸਭ ਤੋਂ ਪਹਿਲਾਂ। ਜਦੋਂ ਵੀ ਪੰਥ ਵਿੱਚ ਕਿਸੇ ਜਥੇਬੰਦੀ ਦੇ ਕਿਸੇ ਆਗੂ ਸਹਿਬਾਨ ਨੂੰ ਵਡਿਆਈ ਮਿਲਦੀ ਹੈ, ਚਾਹੇ ਉਹ ਤਖਤ ਸਾਹਿਬਾਨਾਂ ਦੀ ਜਥੇਦਾਰੀ ਵੀ ਹੋਵੇ, ਪਹਿਲੀ ਦਸਤਾਰ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਹੁੰਦੀ। ਤੋ ਬਾਬਾ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਦਸਤਾਰ ਭੇਟ ਕੀਤੀ। ਜਿਸ ਕੇ ਛੋਰਨ ਜ਼ਰੀ ਵਿਸਾਲ। ਇਹਦੇ ਦਸਤਾਰ ਬੜੀ ਸੋਹਣੀ, ਉਹਦੇ ਜਿਹੜੇ ਦੋ ਪੱਲੇ ਸੀ ਉਹਨਾਂ ਪੱਲਿਆਂ ਨੂੰ ਜਰੀ ਲਾਈ ਹੋਈ ਬਾਬਾ ਜੀ ਨੇ। ਜ਼ਰੀਦਾਰ ਦਸਤਾਰ ਲੈ ਕੇ ਆਏ ਹਨ। ਚਮਕਤ ਬਹੁ ਸੁਖਮਾ ਕੇ ਨਾਲ। ਕਹਿੰਦੇ ਉਹ ਜਰੀਦਾਰ ਕਿਉਂਕਿ ਜ਼ਰੀ ਲੱਗੀ ਹੋਈ ਦਸਤਾਰ ਦੇ ਦੋਹਾਂ ਸਿਰਿਆਂ ਤੇ, ਉਹ ਬਹੁਤ ਚਮਕਦੀ ਹੈ। ਸੂਖਮ ਸੂਤ ਅਧਿਕ ਜਿਸ ਕੇਰਾ। ਤੇ ਜਿਹੜੀ ਦਸਤਾਰ ਹੈ ਉਹ ਬੜੇ ਬਰੀਕ ਧਾਗੇ ਦੀ ਬਣੀ ਹੋਈ ਬਹੁਤ ਸੁੰਦਰ ਹੈ। ਸ਼੍ਰੀ ਹਰਿ ਗੋਬਿੰਦ ਕੋ ਤਿਸ ਬੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉਹ ਦਸਤਾਰ ਭੇਟਾ ਕੀਤੀ। ਪ੍ਰਥਮ ਬ੍ਰਿਧ ਬੰਧਾਵਨ ਕੀਨ। ਬਾਬਾ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲੀ ਦਸਤਾਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸੀਸ ਤੇ ਬਣਵਾਈ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਦਸਤਾਰ ਆਪਣੇ ਸੀਸ ਤੇ ਸਜਾਈ ਹੈ। ਸ਼ੋਭਾ ਗੁਰ ਕੀ ਹੋਤ ਨਵੀਨ। ਜਦੋਂ ਦਸਤਾਰ ਸੀਸ ਤੇ ਸਜਾਈ, ਸੋਭਾ ਨਵੀਨ ਸਤਿਗੁਰੂ ਜੀ ਦੀ ਪ੍ਰਗਟ ਹੋਈ। ਪੁਨ ਮੋਰੀ ਦੇ ਬਹੁ ਧਨ ਸਾਥ। ਫਿਰ ਬੇਦੀਆਂ ਵੱਲੋਂ, ਗੁਰੂ ਅੰਗਦ ਸਾਹਿਬ ਜੀ ਦੀ ਅੰਸ਼ ਬੰਸ ਵੱਲੋਂ,
ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਵੰਸ਼ ਵੱਲੋਂ ਜਿਹੜੇ ਗੁਰੂ ਘਰ ਦੇ ਸਾਹਿਬਜ਼ਾਦੇ ਸਨ ਉਹਨਾਂ ਵੱਲੋਂ ਦਸਤਾਰਾਂ ਆਈਆਂ, ਨਾਲ ਉਹਨਾਂ ਨੇ ਮਾਇਆ ਭੇਟ ਕੀਤੀ। ਅਰਪੀ ਪਾਗ ਦਾਤੂ ਲਿਆਤ, ਬਾਬਾ ਦਾਤੂ ਜੀ ਨੇ ਆ ਕੇ ਦਸਤਾਰ ਭੇਟਾ ਕੀਤੀ ਹੈ। ਅਪਰ ਕਹਾਂ ਲਗ ਕਹੇ ਬਨਾਈ, ਫਿਰ ਹੋਰ ਵਾਰੋ ਵੇਰੀ ਜਿੰਨੇ ਗੁਰੂ ਘਰ ਦੇ ਮਸੰਦ ਸਨ ਦਸਤਾਰਾਂ ਭੇਟਾ ਕਰਨ ਲੱਗੇ। ਇਲਾਕਿਆਂ ਦੀਆਂ ਸੰਗਤਾਂ ਲੈ ਕੇ ਆਈਆਂ, ਵਾਰੋ ਵੇਰੀ ਉਹ ਦਸਤਾਰਾਂ ਭੇਟ ਕਰਦੇ ਹਨ ਤੇ ਦਸਤਾਰਾਂ ਸਾਹਿਬ ਜੀ ਸੀਸ ਤੇ ਸਜਾਉਂਦੇ ਹਨ। ਪੁਰ ਕੇ ਪੈਂਚ ਮਸੰਦ ਸਮਦਾਈ, ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਚ ਨੇ ਜਾਂ ਜਿਹੜੀਆਂ ਹੋਰ ਸੰਗਤਾਂ ਨੇ, ਮੁਖੀਏ ਸਿੱਖ ਨੇ, ਸਰਬ ਅਰਪਨਾ ਕਰੇ ਅਗਾਰੀ, ਸਭ ਨੇ ਆ ਕੇ ਸਤਿਗੁਰੂ 6ਵੇਂ ਪਾਤਸ਼ਾਹ ਜੀ ਨੂੰ ਦਸਤਾਰਾਂ ਭੇਟ ਕੀਤੀਆਂ ਹਨ। ਧਨ ਦਸਤਾਰ ਲਿਆਏ ਨਰ ਝਾਰੀ, ਸੰਗਤ ਮਾਇਆ ਲੈ ਕੇ ਆਉਂਦੀ, ਨਾਲ ਦਸਤਾਰਾਂ ਭੇਟਾ ਕਰਦੀ ਹੈ। ਸੁੰਦਰ ਬਾਜ ਉਠੇ ਸ਼ਦਿਆਨੇ, ਵਧਾਈਆਂ ਵੱਜੀਆਂ ਕਿ ਮਹਾਰਾਜ ਜੀ ਦੀ ਦਸਤਾਰ ਬੰਦੀ ਦੀਆਂ ਵਧਾਈਆਂ ਹੋਣ ਸੰਗਤਾਂ ਨੂੰ। ਜੁਗਾਂ ਤਾਈਂ ਜੀਵਨ ਸਤਿਗੁਰੂ ਕਹਿੰਦੇ ਸ਼ੰਦਿਆਨੇ ਕਹੀਏ, ਸ਼ਹਿਨਾਈਆਂ ਵੱਜ ਟੁਰੀਆਂ ਖੁਸ਼ੀ ਦੀਆਂ। ਸਭ ਕੇ ਉਪਜਦ ਆਨੰਦ ਮਹਾਨੇ, ਸਾਰੀ ਸੰਗਤ ਦੇ ਚਿਤਾਂ ਵਿੱਚ ਆਨੰਦ ਵਰਤਿਆ 6ਵੇਂ ਪਾਤਸ਼ਾਹ ਜੀ ਨੂੰ ਤਖਤ ਤੇ ਬੈਠਿਆਂ ਵੇਖ ਕੇ। ਮੰਗਲ ਸਿਰਜੇ ਬਬਿੱਧ ਪ੍ਰਕਾਰੀ, ਵਿਵਿਧ ਪ੍ਰਕਾਰ ਦੇ ਮੰਗਲਾਚਾਰ ਹੋਏ, ਵਧਾਈਆਂ ਵੱਜੀਆਂ ਸੰਗਤਾਂ ਵਿੱਚ, ਖੁਸ਼ੀਆਂ ਪੈਦਾ ਹੋਈਆਂ। ਨਵੋ ਨਿਸ਼ਾਨ ਝੁਲਤ ਦੁਤੀ ਪਾਰੀ, ਕਹਿੰਦੇ ਨਵੋ ਨਿਸ਼ਾਨ ਸਾਹਿਬ ਜਿਹੜਾ ਉਹ ਝੂਲ ਰਿਹਾ ਹੈ। ਮੰਗਤ ਜਨ ਕੋ ਦਰਬ ਕਨੇਰਾ, ਬਹੁਤ ਸਾਰੇ ਮੰਗਤੇ ਜਾਚਕ ਆ ਕੇ ਧਨ ਮੰਗਦੇ ਗੁਰੂ ਘਰੋਂ। ਦਿਓ ਦਾਨ ਸਤ ਗੁਰ ਤਿਸ ਬੇਰਾ, ਸਤਿਗੁਰੂ ਜੀ ਸਭ ਨੂੰ ਦਾਨ ਦਿੰਦੇ, ਸਭ ਦੀਆਂ ਝੋਲੀਆਂ ਭਰ ਕੇ ਨਿਵਾਜਦੇ। ਸ਼ੋਕ ਬਿਸਾਰ ਦੀਨ ਸਭ ਲੋਕਨ, ਹੁਣ ਸਾਰੇ ਲੋਕਾਂ ਨੇ ਸ਼ੋਕ ਨੇ ਤਿਆਗ ਦਿੱਤਾ, ਸ਼ੋਕ ਨੂੰ ਨਿਵਾਰ ਦਿੱਤਾ। ਸ਼੍ਰੀ ਹਰਿ ਗੋਬਿੰਦ ਕਰੇ ਬਿਲੋਕਨ, ਸਭ ਸੰਗਤ ਖੁਸ਼ੀ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੀ ਹੈ। ਸਭ ਮਸੰਦ ਮਿਲ ਕੇ ਚੱਲ ਗਏ, ਜਿੰਨੇ ਮਸੰਦ ਸਨ ਸਾਰੇ ਚੱਲ ਕੇ ਗਏ। ਸ਼੍ਰੀ ਗੰਗਾ ਕੋ ਬੰਦਨ ਕੀਏ, ਪਹਿਲਾਂ ਚ ਜਾ ਕੇ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਜਾ ਕੇ ਮਸੰਦਾਂ ਨੇ ਮੱਥਾ ਟੇਕਿਆ। ਇਹ ਆਸ਼ਿਕ ਸਾਦਰ ਬੈਠਾਏ, ਮਾਤਾ ਜੀ ਨੇ ਸਾਰੇ ਮਸੰਦਾਂ ਨੂੰ ਆਇਆਂ ਨੂੰ ਅਸੀਸਾਂ ਦੇ ਕੇ ਸਤਿਕਾਰ ਨਾਲ ਬਿਠਾਇਆ। ਪੁੱਤਰ ਸਮਾਨ ਜਾਨ ਸਮੁਦਾਏ, ਮਾਤਾ ਜੀ ਨਾ ਸਾਰੇ ਮਸੰਦਾਂ ਨੂੰ ਵੀ ਪੁੱਤਰ ਸਮਾਨ ਕਰਕੇ ਜਾਣਦੇ। ਮਾਤਾ ਜੀ ਵਾਸਤੇ ਤਾਂ ਸਾਰੇ ਜਿੰਨੀ ਸੰਗਤ ਹੈ ਸਭ ਪੁੱਤਰ ਰੂਪ ਕਰਕੇ ਹੀ ਵੇਖਦੇ ਨੇ। ਸਭਨ ਜੋਰ ਕਰ ਅਰਜ਼ ਗੁਜ਼ਾਰੀ, ਸਾਰੇ ਮਸੰਦਾਂ ਨੇ ਗੁਰਸਿੱਖਾਂ ਨੇ ਹੱਥ ਜੋੜ ਕੇ ਅਰਜ਼ ਕੀਤੀ। ਸੁਨੋ ਮਾਤ ਜੀ ਕਰੋ ਵਿਚਾਰੀ, ਕਹਿਣ ਲੱਗੇ ਮਾਤਾ ਜੀ ਸੁਣੋ, ਆਪ ਜੀ ਕਿਰਪਾ ਕਰਕੇ ਇਸ ਗੱਲ ਦੀ ਵਿਚਾਰ ਕਰੋ। ਤੁਰਕਨ ਰਾਜ ਤੇਜ ਅਤ ਤਪੇ, ਕਈ ਮਸੰਦ ਸਨ ਵਿੱਚ ਕਹਿਣ ਲੱਗੇ ਮਾਤਾ ਜੀ ਜਿਹੜਾ ਤੁਰਕਾਂ ਦਾ ਰਾਜ ਹੈ ਇਸ ਵੇਲੇ ਬਹੁਤ ਜ਼ਿਆਦਾ ਤੇਜਸਵੀ ਰਾਜ ਹੈ, ਉਹਨਾਂ ਦਾ ਪ੍ਰਤਾਪ ਬੜਾ ਤਪ ਰਿਹਾ ਹੈ। ਇਨਸਾਨ ਬਿਗੜ ਕਹਾਂ ਕੋ ਛਪੇ, ਮਹਾਰਾਜ ਇਹਨਾਂ ਤੁਰਕਾਂ ਨਾਲ ਮਾਤਾ ਜੀ ਵਿਗੜ ਕੇ ਤੇ ਕਿੱਥੇ ਕੋਈ ਜਾ ਕੇ ਲੁਕੇਗਾ। ਜਿਹੜੇ ਕੱਚੇ ਪਿੱਲੇ ਮਸੰਦ ਸੀ ਉਹ ਕਹਿਣ ਲੱਗੇ ਮਾਤਾ ਜੀ ਨੂੰ, ਮਾਤਾ ਜੀ ਤੁਰਕਾਂ ਦਾ ਤੇਜ ਬੜਾ ਹੈ, ਉਹਨਾਂ ਦਾ ਪ੍ਰਤਾਪ ਤੇ ਬੜਾ ਹੈ, ਜਿਹੜਾ ਉਹਨਾਂ ਨਾਲ ਵਿਗੜੇਗਾ ਲੁਕੇਗਾ ਕਿੱਥੇ ਜਾ ਕੇ। ਹਾਂਜੀ, ਚੱਕਰਵਰਤ ਸਮ ਫਿਰੇ ਦੁਹਾਈ, ਇਹਨਾਂ ਤੁਰਕਾਂ ਦਾ ਰਾਜ ਚੱਕਰਵਰਤੀ ਰਾਜ ਹੈ, ਚੜ੍ਹਦੇ ਤੋਂ ਛਿਪਦੇ ਤਾਈਂ ਰਾਜ ਹੋ ਰਿਹਾ ਇਹਨਾਂ ਦਾ, ਕਿੱਥੇ ਕੋਈ ਜਾ ਕੇ ਲੁਕੇਗਾ ਇਹਨਾਂ ਦੇ ਨਾਲ ਲੜ ਕੇ। ਇੱਕ ਇਹ ਲਖੋ ਅਧਿਕ ਦੁਖਦਾਈ, ਇੱਕ ਤਾਂ ਇਹ ਸਭ ਤੋਂ ਵੱਡਾ ਦੁਖਦਾਈ ਕੰਮ ਹੈ। ਦੁਤੀਏ ਖੱਤਰੀ ਚੰਦੂ ਦੀਵਾਨ, ਦੂਜਾ ਮਾਤਾ ਜੀ ਖੱਤਰੀ ਚੰਦੂ ਵੇਖੋ ਨੇ ਕੀ ਕੁਝ ਨਹੀਂ ਕੀਤਾ ਮਲੇਛ ਨੇ, ਉਹਨੇ ਕਿੰਨੀਆਂ ਵਧੀਕੀਆਂ ਕੀਤੀਆਂ ਹਨ। ਸਤਿਗੁਰ ਅਰਜਨ ਜਿਸ ਘਰ ਹਾਨ, ਜਿਹਨੇ ਆਪਣੇ ਘਰ ਸਤਿਗੁਰੂ ਪੰਜਵੇਂ ਪਾਤਸ਼ਾਹ ਨੂੰ ਸੱਦ ਕੇ ਸ਼ਹੀਦ ਕੀਤਾ। ਦੁਸ਼ਮਨ ਦੀਰਗ ਦੁਸ਼ਟ ਸਦੋਸ਼, ਉਹ ਵੀ ਗੁਰੂ ਘਰ ਦਾ ਦੁਸ਼ਮਣ ਹੈ, ਦੋਖੀ ਹੈ, ਬਹੁਤ ਵੱਡਾ ਦੋਖੀ ਹੈ। ਕਰੇ ਬੈਰ ਪਾਪੀ ਅਤ ਰੋਸ, ਉਹ ਵੈਰ ਕਰਦਾ ਗੁਰੂ ਘਰ ਨਾਲ, ਬੜਾ ਪਾਪੀ ਆ, ਰੋਸ ਰੱਖਦਾ ਗੁਰੂ ਘਰ ਨਾਲ। ਮੈਂ ਕਿਸ ਕੋ ਜਿਸ ਕੇ ਉਰ ਤਰਾਸ, ਡਰ ਹੀ ਨਹੀਂ ਕਿਸੇ ਦਾ ਮਾਤਾ ਜੀ, ਇੰਨਾ ਜ਼ਿਆਦਾ ਨਿਡਰ ਹੈ ਚੰਦੂ, ਉਹ ਡਰਦਾ ਨਹੀਂ ਕਿਸੇ ਕੋਲੋਂ, ਕਿਸੇ ਦਾ ਭੈ ਨਹੀਂ ਮੰਨਦਾ। ਮਨ ਭਾਵਤ ਕੋ ਕਰੇ ਪ੍ਰਕਾਸ਼, ਉਹ ਆਪਣੀਆਂ ਮਨ ਮਰਜ਼ੀਆਂ ਕਰਦਾ, ਜੋ ਉਹਦੇ ਮਨ ਵਿੱਚ ਆਉਂਦਾ ਉਦਾਂ ਹੀ ਕਰਦਾ। ਲੋਕ ਹਜ਼ਾਰੋਂ ਨਿਤ ਅਨੁਸਾਰੀ, ਮਾਤਾ ਜੀ
ਹਜ਼ਾਰਾਂ ਲੋਕ ਉਹਨਾਂ ਦੇ ਅਨੁਸਾਰੀ ਹੋ ਕੇ ਵਰਤਦੇ ਨੇ ਰੋਜ਼। ਸ਼ਾਹ ਸਮੀਪੀ ਤੇ ਬਲ ਭਾਰੀ। ਬਾਦਸ਼ਾਹ ਦਾ ਨਿਕਟਵਰਤੀ ਦੀਵਾਨ ਹੈ, ਇਸ ਕਰਕੇ ਬਲੀ ਵੀ ਬਹੁਤ ਹੈ। ਉਹ ਬਾਦਸ਼ਾਹ ਦਾ ਤਾਂ ਇੱਕ ਛੋਟਾ ਜਿਹਾ ਮੁਨਸ਼ੀ ਮਾਨ ਨਹੀਂ ਹੁੰਦਾ, ਉਹਦਾ ਦੀਵਾਨ ਹੈ। ਕਰੀ ਪ੍ਰਤੱਗਿਆ ਤਿਸ ਕੋ ਮਾਰਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਮਾਰਨ ਦੀ ਪ੍ਰਤੱਗਿਆ ਕੀਤੀ ਆ ਕਿ ਅਸੀਂ ਚੰਦੂ ਨੂੰ ਮਾਰਾਂਗੇ। ਸਭ ਮੈਂ ਕੀਨੀ ਸ਼ਪਥ ਉਚਾਰਨ। ਇਹ ਪ੍ਰਣ ਉਹਨਾਂ ਨੇ ਸਾਰੀ ਸੰਗਤ ਵਿੱਚ ਕੀਤਾ, ਹਜ਼ਾਰਾਂ ਦੀ ਗਿਣਤੀ 'ਚ ਸੰਗਤ ਬੈਠੀ ਸੀ, ਸਭ ਨੇ ਗੱਲ ਸੁਣੀ ਹੈ। ਸੋ ਸੁਨ ਬੈਰ ਵਧਾਵੇਂ ਪਾਪੀ। ਹੁਣ ਇਹ ਤਾਂ ਚੰਦੂ ਕੋਲ ਵੀ ਗੱਲ ਪਹੁੰਚੇਗੀ, ਚੰਦੂ ਕੋਲ ਵੀ ਜਾਵੇਗੀ। ਉਹ ਜਦੋਂ ਸੁਣੇਗਾ ਗੁਰੂ ਘਰ ਨਾਲ ਹੋਰ ਜ਼ਿਆਦਾ ਬੈਰ ਵਧਾਵੇਗਾ। ਵਿਗਨ ਕਰੇ ਕੋ ਵੱਡ ਸੰਤਾਪੀ। ਖਬਰੇ ਦੁਬਾਰਾ ਹੁਣ ਉਹ ਕੀ ਵਿਗਨ ਕਰੇ, ਕਿਉਂਕਿ ਪਹਿਲਾਂ ਵੀ ਗੁਰੂ ਘਰ ਦਾ ਉਹ ਸੰਤਾਪੀ ਹੈ। ਸਾਹਿਬਜ਼ਾਦੇ ਕੀ ਬੈਬਾਲ। ਬਾਬਾ ਮਾਤਾ ਜੀ ਸਾਹਿਬਜ਼ਾਦਾ ਜੀ ਦੀ, ਗੁਰੂਦੇਵ ਦੀ, ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਹਾਲੇ ਨਿਆਣੀ ਹੈ, ਉਹ ਬਾਲ ਰੂਪ ਵਿੱਚ ਹਨ। ਸ਼ਸਤਰ ਤਰਨ ਕੇ ਪਰੇ ਸੋ ਖਿਆਲ। ਉਹ ਕਹਿੰਦੇ ਅਸੀਂ ਸੇਲੀ ਟੋਪੀ ਨਹੀਂ ਰੱਖਣੀ, ਅਸੀਂ ਤਾਂ ਸ਼ਸਤਰ ਧਾਰਨ ਕਰਨੇ ਆ, ਅਸੀਂ ਤਲਵਾਰਾਂ ਧਾਰਨ ਕਰਨੀਆਂ ਹਨ। ਜਮੋ ਨਾ ਪਾਸ ਲੜੇ ਰਣ ਕੈਸੇ। ਨਾ ਇਹਨਾਂ ਕੋਲ ਫੌਜ ਹੈ ਕੋਈ ਕੋਲੇ, ਲੜਨਗੇ ਕਿਵੇਂ ਉਹਨਾਂ ਨਾਲ, ਕਿਵੇਂ ਜੰਗ ਲੜਨਗੇ। ਰਾਜਹੀਨ ਤੇ ਸੈਨ ਨਾ ਐਸੇ। ਨਾ ਸਾਡੇ ਕੋਲ ਕੋਈ ਰਾਜ ਹੈ ਵੀ ਜਿਹੜੀ ਅਸੀਂ ਸੈਨਾ ਰੱਖ ਲੈਣੀ, ਰਾਜਹੀਣਾ ਬੰਦਾ ਸੈਨਾ ਵੀ ਨਹੀਂ ਰੱਖ ਸਕਦਾ। ਨਾ ਸੈਨਾ ਨਾ ਰਾਜ ਹੈ, ਲੜਨਗੇ ਕਿਵੇਂ ਐਡੇ ਵੱਡੇ ਦੁਸ਼ਮਣ ਨਾਲ। ਮੁਲਕ ਨਹੀਂ ਤਨ ਜੈ ਤੇ ਆਵੇ। ਨਾ ਕੋਈ ਆਪਣੀਆਂ ਜਗੀਰਾਂ ਨੇ ਵੀ ਜਿੱਥੋਂ ਧਨ ਆਉਂਦਾ, ਕੋਈ ਮੁਲਕ ਕੋਈ ਨਹੀਂ ਵੀ ਜਿੱਥੋਂ ਧਨ ਆਉਂਦਾ ਹੋਵੇ ਟੈਕਸ ਦਾ ਮਾਮਲੇ ਦਾ। ਕਿਮ ਬਲੀਅਨ ਸੰਗ ਜੰਗ ਮਚਾਵੇ। ਉਹ ਬਲੀ ਨੇ, ਰਾਜ ਭਾਗ ਹੈ ਉਹਨਾਂ ਕੋਲ, ਕਿਲੇ ਨੇ, ਮੁਲਕ ਦੇ ਮਾਲਕ ਨੇ, ਉਹਨਾਂ ਨਾਲ ਸਾਡੀ ਲੜਾਈ ਕਿਵੇਂ ਹੋ ਸਕਦੀ। ਉਹ ਕਿੱਥੇ, ਅਸੀਂ ਕਿੱਥੇ, ਕਿਵੇਂ ਲੜਾਂਗੇ ਉਹਨਾਂ ਦੇ ਨਾਲ। ਖਿਜੇ ਤੁਰਕ ਪਤੀ ਸੁਨਾਸ ਬਾਤੀ। ਜਦੋਂ ਬਾਦਸ਼ਾਹ ਇਹ ਗੱਲ ਸੁਣੇਗਾ ਉਹ ਖਿਜੇਗਾ, ਉਹ ਹੋਰ ਜ਼ਿਆਦਾ ਗੁਰੂ ਘਰ ਦਾ ਵਿਰੋਧ ਰੱਖੇਗਾ ਮਨ 'ਚ। ਚਾਰੀ ਕਰੇ ਜਰੇ ਜਿਸ ਛਾਤੀ। ਤੇ ਚੁਗਲਖੋਰ ਚੁਗਲੀਆਂ ਕਰਨਗੇ ਜਿਨ੍ਹਾਂ ਦੀਆਂ ਛਾਤੀਆਂ ਸੜਦੀਆਂ ਗੁਰੂ ਘਰ ਦੀ ਵਡਿਆਈ ਵੇਖ ਕੇ। ਸ਼ਾਹ ਦੀਵਾਨ ਦਊ ਬਲ ਭਾਰੀ। ਤੇ ਦੀਵਾਨ ਵੀ ਬੜਾ ਬਲੀ ਆ ਚੰਦੂ। ਫਿਰੇ ਦੁਹਾਈ ਅਵਨ ਮਝਾਰੀ। ਉਹਦੀ ਦੁਹਾਈ ਫਿਰਦੀ ਆ ਸਾਰੀ ਧਰਤੀ ਤੇ, ਉਹਦਾ ਵੀ ਰਾਜ ਨਾਲ ਹੀ ਚੱਲਦਾ। ਦੋਨੋਂ ਕੇ ਬਿਗੜੇ ਕਿਸ ਦੇਸ਼। ਉਧਰ ਚੰਦੂ ਵਿਗੜ ਗਿਆ, ਉਧਰ ਬਾਦਸ਼ਾਹ ਵਿਗੜ ਗਿਆ, ਦੋਨਾਂ ਦੇ ਵਿਗੜਨ ਨਾਲ ਦੱਸੋ ਫਿਰ ਆਪਾਂ ਕਿਹੜੇ ਦੇਸ਼ ਜਾ ਕੇ ਲੁਕਾਂਗੇ। ਬਸੇ ਜਾਏ ਕਰ ਲਖੀਏ ਨਾ ਲੇਸ਼। ਮਾਤਾ ਜੀ ਕਿਹੜੇ ਦੇਸ਼ ਵਿੱਚ ਜਾ ਕੇ ਬਸਾਂਗੇ, ਤੁਸੀਂ ਇਸ ਗੱਲ ਨੂੰ ਧਿਆਨ ਨਾਲ ਵੇਖੋ, ਤੁਸੀਂ ਤਾਂ ਸਿਆਣੇ ਹੋ। ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਤਾਂ ਹਾਲੇ ਛੋਟੀ ਆ, ਉਹ ਨਹੀਂ ਸਮਝਣਗੇ। ਹਮ ਸਭ ਸੁਨ ਕਰ ਧਰ ਮੁਖ ਮੌਨ। ਅਸੀਂ ਤਾਂ ਸੁਣ ਕੇ ਸਾਰੇ ਚੁੱਪ ਕਰ ਗਏ, ਅਸੀਂ ਬੋਲੇ ਨਹੀਂ ਕੁਝ। ਜਦੋਂ 6ਵੇਂ ਪਾਤਸ਼ਾਹ ਬੀਰਸ 'ਚ ਕਹਿ ਰਹੇ ਸੀ, ਉਹਨਾਂ ਦੇ ਸਨਮੁਖ ਨਹੀਂ ਅਸੀਂ ਬੋਲ ਸਕੇ। ਸੇਲੀ ਟੋਪੀ ਮੋੜ ਦਿੱਤੀ ਤਾਂ ਵੀ ਨਹੀਂ ਅਸੀਂ ਬੋਲੇ। ਨੈ ਕੁਛ ਬੋਲੇ ਸਨਮੁਖ ਤੋਨ। ਉਹਨਾਂ ਦੇ ਸਨਮੁਖ ਅਸੀਂ ਨਹੀਂ ਬੋਲ ਸਕੇ। ਰਾਵਰ ਕੇ ਸਮੀਪ ਜਬ ਆਵੇ। ਮਾਤਾ ਜੀ ਜਦੋਂ ਤੁਹਾਡੇ ਕੋਲ ਚੱਲ ਕੇ ਆਉਣਗੇ, ਮਨ ਪ੍ਰਸੰਨ ਤੇ ਬਾਤ ਸੁਣਾਵੇ। ਉਹਨਾਂ ਦਾ ਮਨ ਪ੍ਰਸੰਨ ਵੇਖ ਕੇ ਤੇ ਫਿਰ ਤੁਸੀਂ ਉਹਨਾਂ ਨਾਲ ਗੱਲਬਾਤ ਕਰਿਓ। ਤਬ ਤੁਮ ਬੂਝੋ ਦਿਓ ਸਮਝਾਏ। ਤੁਸੀਂ ਉਹਨਾਂ ਨੂੰ ਪੁੱਛ ਕੇ ਤੇ ਸਾਰੀ ਗੱਲਬਾਤ ਸਮਝਾ ਦਿਓ। ਸੁਖ ਜੁਤ ਥਿਤ ਨਾ ਉਪਾਦ ਉਠਾਈ। ਉਹਨਾਂ ਨੂੰ ਕਹਿਓ ਕਿ ਸੁਖ ਦੇ ਸਹਿਤ ਰਹਿਣ, ਹੁਣ ਉਪਾਧੀ ਨਾ ਕਰਨ, ਉਪਦਰਵ ਨਾ ਉਠਾਉਣ, ਸ਼ਾਂਤੀ ਦੇ ਨਾਲ ਜਿਵੇਂ ਪਹਿਲਾਂ ਵਰਤਦੇ ਰਹੇ ਆ ਪੰਜ ਪਾਤਸ਼ਾਹ ਉਦਾਂ ਹੀ ਵਰਤਣ। ਏਦਾਂ ਮਾਤਾ ਜੀ ਨੂੰ ਬਾਰ-ਬਾਰ ਇਹ ਮਸੰਦ ਕਹਿ ਰਹੇ ਹਨ। ਦੇਖੋ ਸ਼੍ਰੀ ਅਰਜਨ ਕੀ ਗਾਥਾ। ਤੁਸੀਂ ਕਿਉਂ ਵੇਖੋ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਸੰਗ। ਚੱਲਿਓ ਨਾ ਬਸ ਹੁਕਮੀ ਅਨਸਾਥਾ। ਉਹਨਾਂ ਦੇ ਨਾਲ ਵਸ ਨਹੀਂ ਚੱਲਿਆ ਜਿਹੜੇ ਹੁਕਮ ਕਰਨ ਵਾਲੇ ਸਨ। ਪ੍ਰਥਮ ਗੁਰਨ ਕੀ ਰੀਤ ਸੰਭਾਰ। ਇਹ ਕਿਉਂ ਵੀ ਪਹਿਲੇ ਗੁਰੂ ਸਾਹਿਬਾਨਾਂ ਵਾਲੀ ਰੀਤ ਧਾਰਨ ਕਰਨ। ਆਪਣੇ ਸੇਵਕ ਸਿੱਖ ਉਧਾਰ। ਆਪਣੇ ਸੇਵਕਾਂ ਸਿੱਖਾਂ ਦਾ ਉਧਾਰ ਕਰਨ, ਇਸ ਪਾਸੇ ਦਾ ਖਿਆਲ ਨਾ ਕਰਨ। ਦੋਹਰਾ ਸੁਨ ਸ਼੍ਰੀ ਗੰਗਾ ਨੇ ਕਹਿਓ ਕੈਨ ਬਨੇ ਤਿੰਨ ਸਾਥ। ਮਸੰਦਾਂ ਦੀ ਗੱਲ ਸੁਣ ਕੇ ਮਾਤਾ ਜੀ ਬੋਲੇ, ਕਹਿਣ ਲੱਗੇ ਮਸੰਦੋ ਉਹਨਾਂ ਨੂੰ ਕਹਿਣਾ ਤਾਂ ਬਣ ਆਉਂਦਾ। ਕਰਾਮਾਤ ਸਾਹਿਬ ਬਲੀ ਅਪਰ ਨ ਬਸ ਕੀ ਗਾਤ। ਕਿ ਜੇ ਉਹਨਾਂ ਨੂੰ ਪਤਾ ਨਾ ਹੋਵੇ,
ਉਹ ਕਰਾਮਾਤੀ ਨੇ, ਬਲੀ ਨੇ, ਉਹਨਾਂ ਵਾਸਤੇ ਕੁਝ ਵੀ ਅਸੰਭਵ ਨਹੀਂ। ਤੁਹਾਨੂੰ ਦਿਸਦਾ ਵੀ ਰਾਜ ਦੇ ਮਾਲਕ ਨੇ ਦੁਸ਼ਮਣ, ਸਾਡੇ ਕੋਲ ਨਾ ਫੌਜ ਆ ਨਾ ਰਾਜ ਹੈ, ਪਰ ਛੇਵੇਂ ਪਾਤਸ਼ਾਹ ਉਹ ਕਰਾਮਾਤੀ ਸਾਹਿਬ ਨੇ ਜਿਹੜੇ ਰਾਜ ਦੇ ਸਕਦੇ ਆ ਤੇ ਰਾਜ ਖੋ ਵੀ ਸਕਦੇ ਆ। ਸਤਿ ਸ੍ਰੀ ਅਕਾਲ। ਮੇਰਾ ਨਹੀਂ ਉਹਨਾਂ ਤੇ ਕੋਈ ਵਸ ਚੱਲਦਾ ਕਿ ਤੁਸੀਂ ਕਹੋ ਕਿ ਮੈਂ ਉਹਨਾਂ ਨੂੰ ਜ਼ੋਰ ਪਾ ਕੇ ਕਹਾਂ। ਸੋ ਮੈਂ ਬੂਝਨ ਕਰ ਭਲੇ ਮ੍ਰਿਦਤਾ ਜੁਤ ਸਮਝਾਏ। ਪਰ ਤੁਸੀਂ ਵੀ ਆਏ ਹੋ, ਮੈਂ ਤੁਹਾਡੇ ਕਹਿਣ ਮੁਤਾਬਕ ਗੱਲ ਜ਼ਰੂਰ ਕਰਾਂਗੇ। ਕਹਿਣਾ ਲੋੜ ਨਹੀਂ ਹੈ, ਪਰ ਤੁਸੀਂ ਆਏ ਹੋ, ਫਿਰ ਵੀ ਮੈਂ ਬੇਨਤੀ ਕਰਾਂਗੀ। ਬਰਜੋਂ ਬਰਜੇ ਜੇ ਰਹੇ ਬਰਜੇ ਮਨ ਮੈਂ ਆਏ। ਮੈਂ ਵਰਜਾਂਗੀ ਜੇ ਮੇਰੇ ਵਰਜਿਆਂ ਰਹਿ ਗਏ, ਤੇ ਜੇ ਉਹਨਾਂ ਦੇ ਮਨ ਨੂੰ ਚੰਗੀ ਲੱਗ ਜਾਵੇ ਮੇਰੀ ਗੱਲ ਤੇ ਸ਼ਾਇਦ ਵਰਜ ਜਾਣ। ਹਾਂਜੀ। ਸੁਨ ਮਸੰਦ ਠਾਂਡੇ ਪਏ ਮਸਤਕ ਟੇਕ ਸਿਧਾਏ। ਸੁਣ ਕੇ ਮਸੰਦ ਜਿਹੜੇ ਸਨ ਉਹ ਉੱਥੋਂ ਮੱਥਾ ਟੇਕ ਕੇ ਮਾਤਾ ਜੀ ਨੂੰ ਚਲੇ ਗਏ। ਸ਼੍ਰੀ ਗੰਗਾ ਚਿਤਵਤ ਗੁਰਨ ਦ੍ਰਿਗ ਜਲ ਚਲ ਕੇ ਆਏ। ਔਰ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਸਾਹਿਬ ਨੂੰ ਚਿਤਵਦੇ ਤੇ ਨੇਤਰ ਸਜਲ ਹੋ ਗਏ। ਛੇਵੇਂ ਪਾਤਸ਼ਾਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕਰ ਰਹੇ, ਸ੍ਰੀ ਅਕਾਲ ਬੁੰਗੇ ਦੀ ਰਚਨਾ ਕਰ ਰਹੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬਨਵਾਜ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੁਰਨ ਹੇ ਸਰਬਮੈ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਹੇ ਸਦਾ ਬਬੇਕ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾਰੇ ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤੇ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿ ਉਤਾਰਨਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿ ਉਤਾਰਨਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।